ਭਾਰਤੀ ਹਕੂਮਤੀ ਤੰਤਰ ਅਤੇ ਖਾਲਸਾ ਪੰਥ ਦੇ ਵਿਚਾਲੇ ਜਿਹੜੀ ਸਿੱਖ ਕੌਮ ਦੀ ਹੋਂਦ ਹਸਤੀ ਦੀ ਲੜਾਈ ਹੈ, ਜਿਹੜਾ ਖਾਲਿਸਤਾਨ ਦਾ ਸੰਘਰਸ਼ ਹੈ, ਉਹ ਬਹੁਤ ਹੀ ਜ਼ਿਆਦਾ ਔਖ ਭਰੇ ਮਾਹੌਲ ਵਿੱਚ ਦਾਖਲ ਹੋ ਚੁੱਕਿਆ ਹੈ। ਜਿਹੜੇ ਸਿੰਘ ਕੌਮ ਦੀ ਸੇਵਾ ਦੇ ਵਿੱਚ ਸਰਗਰਮ ਹੁੰਦੇ ਆ, ਉਹਨਾਂ ਪ੍ਰਤੀ ਉਹਨਾਂ ਦੇ ਕਿਸੇ ਫੈਸਲੇ ਕਰਕੇ, ਉਹਨਾਂ ਦੇ ਸੁਭਾਅ ਦੀ ਕਿਸੇ ਗੜਬੜ ਕਰਕੇ ਸਾਡੀ ਕੌਮ ਦੇ ਅੰਦਰ ਕਿਸੇ ਪ੍ਰਤੀ ਕਿਸੇ ਵੀ ਤਰੀਕੇ ਦੀਆਂ ਭਾਵਨਾਵਾਂ ਹੋਣ, ਪਰ ਦਿੱਲੀ ਵਾਲਿਆਂ ਨੂੰ ਅਸੀਂ ਸਾਰੇ ਦੁਸ਼ਮਣ ਦੇਖਦੇ। ਲਕੀਰ ਦੇ ਉਰਲੇ ਪਾਸੇ ਖੜੇ ਜਿਹੜੇ ਬੰਦੇ ਆ, ਉਹ ਸਾਰੇ ਦੇ ਸਾਰੇ ਸਾਡੇ ਆ। ਲਕੀਰ ਦੇ ਪਰਲੇ ਪਾਸੇ ਖੜੇ ਬੰਦੇ ਉਹ ਉਹਨਾਂ ਦੇ, ਉਹ ਅਤੇ ਅਸੀਂ ਦੀ ਗੱਲ ਨੂੰ ਸਮਝਣ ਦੀ ਲੋੜ। ਇਹ ਨਹੀਂ ਹੋ ਸਕਦਾ ਕਿ ਇਹਨਾਂ 'ਚ ਕੋਈ ਨੁਕਸ ਨਾ ਹੋਣ, ਇਹ ਨਹੀਂ ਕਿ ਇਹਨਾਂ 'ਚ ਘਾਟਾਂ ਹੀ ਨਾ ਹੋਣ, ਪਰ ਇਹਨਾਂ ਬੰਦਿਆਂ 'ਚ ਸਾਰੇ ਨੁਕਸਾਂ ਤੇ ਘਾਟਾਂ ਦੇ ਬਾਵਜੂਦ ਇੱਕ ਚੀਜ਼ ਸੀ ਕਿ ਕੌਮ ਲਈ ਲੜਨ ਲਈ ਘਰਾਂ ਚੋਂ ਨਿਕਲੇ ਸੀ। ਇਹਨਾਂ ਦੀਆਂ ਗੜਬੜਾਂ ਲਈ, ਇਹਨਾਂ ਦੀਆਂ ਗਲਤੀਆਂ ਲਈ ਇਹਨਾਂ ਨਾਲ ਲੜਿਆ ਘੁੜਿਆ ਬਹਿਸਿਆ ਜਾ ਸਕਦਾ, ਪਰ ਇਹਨਾਂ ਨੂੰ ਗਦਾਰ ਕਹਿਣਾ ਇਹ ਬਹੁਤ ਔਖੀ ਗੱਲ। ਭਾਈ ਪਰਮਜੀਤ ਸਿੰਘ ਪੰਜਵੜ ਨੂੰ ਉਹਨਾਂ ਦੇ ਖਾਲਿਸਤਾਨੀ ਸੰਘਰਸ਼ ਦੇ ਜੀਵਨ ਦੇ ਕੁਝ ਫੈਸਲਿਆਂ ਕਰਕੇ, ਕੁਝ ਕਾਰਨਾਮਿਆਂ ਕਰਕੇ, ਕੁਝ ਕੰਮਾਂ ਕਰਕੇ ਜਿਨ੍ਹਾਂ ਭੈਣ ਭਰਾਵਾਂ ਨੂੰ ਉਹਨਾਂ ਤੇ ਤਕਲੀਫ ਸੀ, ਅੱਜ ਸ਼ਾਇਦ ਕੁਝ ਤਕਲੀਫ ਉਹਨਾਂ ਦੀ ਘਟ ਗਈ ਹੋਵੇ ਭਾਈ, ਕਿਉਂਕਿ ਅੱਜ ਸਿੰਘ ਜਿਹੜਾ ਹੈ ਉਹ ਹਕੂਮਤ ਦੀ ਗੋਲੀ ਨਾਲ ਉੱਥੇ ਸ਼ਹੀਦ ਹੋ ਗਏ। ਚਾਹੇ ਉਹ ਕਤਲ ਕਰਨ ਵਾਲਾ, ਗੋਲੀ ਚਲਾਉਣ ਵਾਲਾ ਕੋਈ ਵੀ ਹੋਵੇ, ਪਰ ਉਹਦੇ ਪਿੱਛੇ ਹੱਥ ਕਿਹਦਾ, ਉਹਨੂੰ ਚਲਾਉਣ ਵਾਲੀ, ਉਹਨੂੰ ਪੰਪ ਦੇਣ ਵਾਲੀ, ਉਹਨੂੰ ਤੋੜਨ ਵਾਲੀ ਤਾਕਤ ਕਿਹੜੀ ਆ? ਉਹੀ ਇੰਡੀਅਨ ਸਟੇਟ ਆ। ਜਿਸ ਇੰਡੀਅਨ ਸਟੇਟ ਦਾ ਦਾਗ ਜਾਂ ਟੈਗ ਲਾ ਕੇ ਵੀ ਉਹਨਾਂ ਨਾਲ ਰਲਿਆ ਹੋਇਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪੰਜਵੜ, ਜਿਹੜੇ ਕਿ ਪਾਕਿਸਤਾਨ ਦੇ ਵਿੱਚ ਲੰਮੇ ਅਰਸੇ ਤੋਂ ਉੱਥੇ ਰਹਿ ਕੇ ਕੌਮ ਦੀ ਸੇਵਾ ਕਰ ਰਹੇ ਸੀਗੇ, ਉਹਨਾਂ ਨੂੰ ਏਜੰਸੀਆਂ ਨੇ, ਭਾਰਤੀ ਏਜੰਸੀਆਂ ਨੇ ਆਪਦੇ ਇੱਕ ਆਪਰੇਸ਼ਨ ਦੇ ਤਹਿਤ ਸ਼ਹੀਦ ਕਰ ਦਿੱਤਾ। ਇਹਦੇ ਤੋਂ ਪਹਿਲਾਂ ਭਾਈ ਹਰਮੀਤ ਸਿੰਘ PhD, ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਸ਼ਹੀਦ ਕੀਤਾ ਗਿਆ ਹੈ। ਤੋ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ, ਇਹਦੇ ਵਿੱਚ ਆਪਾਂ ਨੂੰ ਸਭ ਨੂੰ ਸਾਫ਼ ਪਤਾ ਲੱਗ ਰਿਹਾ ਕਿ ਭਾਰਤੀ ਹਕੂਮਤੀ ਤੰਤਰ ਅਤੇ ਖਾਲਸਾ ਪੰਥ ਦੇ ਵਿਚਾਲੇ ਜਿਹੜੀ ਸਿੱਖ ਕੌਮ ਦੀ ਹੋਂਦ ਹਸਤੀ ਦੀ ਲੜਾਈ ਹੈ, ਜਿਹੜਾ ਖਾਲਿਸਤਾਨ ਦਾ ਸੰਘਰਸ਼ ਹੈ, ਉਹ ਬਹੁਤ ਹੀ ਜ਼ਿਆਦਾ ਔਖ ਭਰੇ ਮਾਹੌਲ ਵਿੱਚ ਦਾਖਲ ਹੋ ਚੁੱਕਿਆ ਹੈ। ਅਸੀਂ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ ਪਹਿਲਾਂ ਜਦੋਂ ਇਹ ਗੱਲ ਕਹਿੰਦੇ ਰਹੇ ਹਾਂ ਤਾਂ ਬਹੁਤ ਸਾਡੇ ਸਰੋਤਿਆਂ ਨੂੰ ਸ਼ਾਇਦ ਇਹ ਗੱਲ ਜੱਚਦੀ ਨਾ ਹੋਵੇ ਕਿ ਅਸੀਂ ਪੰਜਾਬ ਵਿੱਚ ਬੈਠੇ ਤਾਂ ਘੜੇ ਦੀ ਮੱਛੀ ਵਾਂਗ ਹਾਂ, ਉਹ ਜਦੋਂ ਮਰਜ਼ੀ ਜਿਹਨੂੰ ਮਰਜ਼ੀ ਜਿਸ ਵੀ ਤਰੀਕੇ ਨਾਲ ਇੱਥੇ ਖਤਮ ਕਰਵਾ ਸਕਦੇ ਆ, ਸ਼ਹੀਦ ਕਰਵਾ ਸਕਦੇ ਆ। ਜਦੋਂ ਭਾਈ ਦੀਪ ਸਿੱਧੂ ਦਾ ਮਾਮਲਾ ਸਾਹਮਣੇ ਆਇਆ, ਉਦੋਂ ਵੀ ਅਸੀਂ ਇਸ ਫੋਰਮ 'ਚ ਇਹ ਗੱਲ ਆਖੀ ਸੀ। ਹੋਰ ਵੀ ਅੱਡ-ਅੱਡ ਮੌਕਿਆਂ ਦੇ ਉੱਤੇ ਅੱਡ-ਅੱਡ ਢੰਗ ਤਰੀਕਿਆਂ ਨਾਲ ਅਸੀਂ ਆਪਣੀ ਇਹ ਗੱਲ ਸੰਗਤ ਤੱਕ ਪਹੁੰਚਾਉਂਦੇ ਰਹੇ। ਜਿਹੜੇ ਸਿੰਘ ਕੌਮ ਦੀ ਸੇਵਾ ਦੇ ਵਿੱਚ ਸਰਗਰਮ ਹੁੰਦੇ ਆ, ਉਹਨਾਂ ਪ੍ਰਤੀ ਉਹਨਾਂ ਦੇ ਕਿਸੇ ਫੈਸਲੇ ਕਰਕੇ, ਉਹਨਾਂ ਦੇ ਸੁਭਾਅ ਦੀ ਕਿਸੇ ਗੜਬੜ ਕਰਕੇ ਸਾਡੀ ਕੌਮ ਦੇ ਅੰਦਰ ਕਿਸੇ ਪ੍ਰਤੀ ਕਿਸੇ ਵੀ ਤਰੀਕੇ ਦੀਆਂ ਭਾਵਨਾਵਾਂ ਹੋਣ, ਪਰ ਦਿੱਲੀ ਵਾਲਿਆਂ ਨੂੰ ਅਸੀਂ ਸਾਰੇ ਦੁਸ਼ਮਣ ਦੇਖਦੇ। ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਜਿਹੜਾ ਸਿੰਘ ਖਾਲਿਸਤਾਨ ਦੀ ਜਾਂ ਪੰਥ ਦੀ ਲੜਾਈ ਲੜ ਰਿਹਾ, ਇਹਨੇ ਅਖੰਡ ਕੀਰਤਨੀ ਜਥੇ ਤੋਂ ਅੰਮ੍ਰਿਤ ਛਕਿਆ ਹੋਇਆ ਕਿ ਆਨੰਦਮਈ ਟਕਸਾਲ ਤੋਂ, ਇਹ ਕਿਹੜੀ ਸਿੱਖ ਜਥੇਬੰਦੀ ਨਾਲ ਸੰਬੰਧਿਤ ਆ। ਉਹਨਾਂ ਦਾ ਮਤਲਬ ਇਹੀ ਹੁੰਦਾ ਵੀ ਤੁਸੀਂ ਖਾਲਿਸਤਾਨ ਮੰਗਦੇ ਹੋ ਨਾ, ਤੇ ਬਸ ਦੁਸ਼ਮਣ ਨੇ ਲਕੀਰ ਖਿੱਚੀ ਹੋਈ ਹੈ। ਪਰ ਸਾਡੇ ਬੰਦਿਆਂ ਤੋਂ ਇਹ ਗੱਲ ਸਮਝ ਨਹੀਂ ਹੁੰਦੀ। ਮੈਂ ਅੱਗੇ ਵੀ ਕਈ ਵਾਰ ਇਹ ਗੱਲ ਆਖੀ ਆ ਕਿ ਲਕੀਰ ਦੇ ਉਰਲੇ ਪਾਸੇ ਖੜੇ ਜਿਹੜੇ ਬੰਦੇ ਆ, ਉਹ ਸਾਰੇ ਦੇ ਸਾਰੇ ਸਾਡੇ ਆ। ਲਕੀਰ ਦੇ ਪਰਲੇ ਪਾਸੇ ਖੜੇ ਬੰਦੇ ਉਹ ਉਹਨਾਂ ਦੇ ਆ, ਉਹ ਅਤੇ ਅਸੀਂ ਦੀ ਗੱਲ ਨੂੰ ਸਮਝਣ ਦੀ ਲੋੜ। ਹੁਣ ਭਾਰਤੀ ਹਕੂਮਤੀ ਤੰਤਰ ਤਾਂ ਦਿਨੋਂ ਦਿਨ ਅੱਗੇ ਦੀ ਅੱਗੇ ਧੁੱਸ ਦੇ ਹੀ ਤੁਰਿਆ ਚੜਿਆ ਆਉਂਦਾ।
ਤੇ ਸਾਡੇ ਬੰਦਿਆਂ ਨੂੰ ਅਜੇ ਗੱਲ ਦੀ ਸਮਝ ਨਹੀਂ ਲੱਗ ਰਹੀ ਤੇ ਅਜੇ ਵੀ ਗੜਬੜਾਂ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਨੇ, ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਜਿਸ ਤਰੀਕੇ ਨਾਲ ਇਹ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਹੋਈ ਹੈ, ਇਹਦੇ ਬਾਰੇ ਇਹ ਤਾਂ ਗੱਲ ਪੱਕੀ ਹੋਈ ਸੀ ਜਿੱਦਣ ਸਿੰਘ ਘਰੋਂ ਤੁਰਦਾ ਹੈ ਕੋਈ, ਵੀ ਹੁਣ ਮੇਰੀ ਜਿਹੜੀ ਆ ਜ਼ਿੰਦਗੀ ਉਹ ਕੌਮ ਦੇ ਹਵਾਲੇ ਹੈ। ਤੇ ਜਿਹੋ ਜਿਹਾ ਮਾਹੌਲ ਬਣਿਆ ਹੋਇਆ, ਜਿਸ ਤਰੀਕੇ ਨਾਲ 1978 ਤੋਂ ਖਾਸ ਤੌਰ ਤੇ 1984 ਤੋਂ ਬਾਅਦ ਵਾਲੇ ਸੰਘਰਸ਼ ਵਿੱਚ ਜਿਹੜੇ ਸਿੰਘ ਚੜ੍ਹਦੀ ਕਲਾ ਵਿੱਚ ਰਹੇ, ਜਿਹੜੇ ਬਚ ਗਏ ਪੁਲਿਸ ਦੀ ਗੋਲੀ ਨਾਲ ਮਰਨ ਤੋਂ, ਸ਼ਹੀਦ ਹੋਣ ਤੋਂ, ਜਿਹੜੇ ਸ਼ਹੀਦ ਹੋ ਗਏ ਉਹਨਾਂ ਦੀ ਤਾਂ ਗੱਲ ਖਾਧੀ ਕੜੀ, ਪਰ ਜਿਹੜੇ ਆ ਜਿਉਂਦੇ ਸਾਡੇ ਸਿੰਘ ਨੇ, ਜਿਸ ਤਰੀਕੇ ਨਾਲ ਇਹਨਾਂ ਦੇ ਉੱਤੇ ਇਲਜ਼ਾਮ ਦਰਾਜੀਆਂ ਹੋਈਆਂ, ਜਿਸ ਤਰੀਕੇ ਨਾਲ ਇਹਨਾਂ ਦੀ ਪੱਗ ਉਛਾਲੀ ਗਈ, ਜਿਸ ਤਰੀਕੇ ਨਾਲ ਇਹਨਾਂ ਦੇ ਖਿਲਾਫ ਸਟੈਂਡ ਲਏ ਗਏ, ਉਹ ਸਾਰਾ ਕੁਝ ਦੇਖ ਕੇ ਕਈ ਵਾਰੀ ਮਨ ਨੂੰ ਬੜੀ ਔਖ ਮਹਿਸੂਸ ਹੁੰਦੀ ਰਹੀ ਆ। ਤੇ ਜਜ਼ਬਾਤੀ ਸਿੱਖ ਹਾਂ ਮੈਂ, ਕਦੇ ਮੈਂ ਲੁਕੋ ਕੇ ਦੋ ਅਰਥੀ ਜੀ ਗੱਲ ਕੀਤੀ ਨਹੀਂ। ਮੈਂ ਇੱਥੇ ਇਸ ਪ੍ਰੋਗਰਾਮ 'ਚ ਵੀ ਕਹਿੰਦਾ ਰਿਹਾ ਕਿ ਇਹ ਨਹੀਂ ਹੋ ਸਕਦਾ ਕਿ ਇਹਨਾਂ 'ਚ ਕੋਈ ਨੁਕਸ ਨਾ ਹੋਣ, ਇਹ ਨਹੀਂ ਕਿ ਇਹਨਾਂ 'ਚ ਘਾਟਾਂ ਹੀ ਨਾ ਹੋਣ, ਪਰ ਇਹਨਾਂ ਬੰਦਿਆਂ 'ਚ ਸਾਰੇ ਨੁਕਸਾਂ ਤੇ ਘਾਟਾਂ ਦੇ ਬਾਵਜੂਦ ਇੱਕ ਚੀਜ਼ ਸੀ ਕਿ ਕੌਮ ਲਈ ਲੜਨ ਲਈ ਘਰਾਂ ਚੋਂ ਨਿਕਲੇ ਸੀ। ਇਹਨਾਂ ਦੀਆਂ ਗੜਬੜਾਂ ਲਈ, ਇਹਨਾਂ ਦੀਆਂ ਗਲਤੀਆਂ ਲਈ ਇਹਨਾਂ ਨਾਲ ਲੜਿਆ ਕੁੜਿਆ ਬਹਿਸਿਆ ਜਾ ਸਕਦਾ, ਪਰ ਇਹਨਾਂ ਨੂੰ ਗਦਾਰ ਕਹਿਣਾ ਇਹ ਬਹੁਤ ਔਖੀ ਗੱਲ। ਕਿਸੇ ਸਿੱਖ ਲਈ ਗੋਲੀ ਨਾਲ, ਹਕੂਮਤ ਦੀ ਨਾਲ ਮਰ ਜਾਣਾ ਉਹ ਸੌਖਾ, ਪਰ ਉਹਦੇ ਤੇ ਜਦੋਂ ਉਹਦੀ ਕੌਮ ਗਦਾਰ ਦਾ ਟੈਗ ਲਾਵੇ, ਉਹਨੂੰ ਭੰਡੇ ਨਿੰਦੇ, ਉਹ ਬਹੁਤ ਮਾੜਾ। ਤੇ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਉਹਨਾਂ ਦੇ ਖਾਲਿਸਤਾਨੀ ਸੰਘਰਸ਼ ਦੇ ਜੀਵਨ ਦੇ ਕੁਝ ਫੈਸਲਿਆਂ ਕਰਕੇ, ਕੁਝ ਕਾਰਨਾਮਿਆਂ ਕਰਕੇ, ਕੁਝ ਕੰਮਾਂ ਕਰਕੇ, ਜਿਨ੍ਹਾਂ ਭੈਣ ਭਰਾਵਾਂ ਨੂੰ ਉਹਨਾਂ ਤੇ ਤਕਲੀਫ ਸੀ, ਅੱਜ ਸ਼ਾਇਦ ਕੁਝ ਤਕਲੀਫ ਉਹਨਾਂ ਦੀ ਘਟ ਗਈ ਹੋਵੇ ਭਾਈ, ਕਿਉਂਕਿ ਅੱਜ ਸਿੰਘ ਜਿਹੜਾ ਹੈ ਉਹ ਹਕੂਮਤ ਦੀ ਗੋਲੀ ਨਾਲ ਉੱਥੇ ਸ਼ਹੀਦ ਹੋ ਗਏ। ਚਾਹੇ ਉਹ ਕਤਲ ਕਰਨ ਵਾਲਾ, ਗੋਲੀ ਚਲਾਉਣ ਵਾਲਾ ਕੋਈ ਵੀ ਹੋਵੇ, ਪਰ ਉਹਦੇ ਪਿੱਛੇ ਹੱਥ ਕਿਹਦਾ, ਉਹਨੂੰ ਚਲਾਉਣ ਵਾਲੀ, ਉਹਨੂੰ ਪੰਪ ਦੇਣ ਵਾਲੀ, ਉਹਨੂੰ ਤੋੜਨ ਵਾਲੀ ਤਾਕਤ ਕਿਹੜੀ ਆ? ਉਹ ਉਹੀ ਇੰਡੀਅਨ ਸਟੇਟ ਆ। ਜਿਸ ਇੰਡੀਅਨ ਸਟੇਟ ਦਾ ਦਾਗ ਜਾਂ ਟੈਗ ਲਾ ਕੇ ਵੀ ਉਹਨਾਂ ਨਾਲ ਰਲਿਆ ਹੋਇਆ ਜੀ। ਇੱਕ ਪਾਸੇ ਪਾਕਿਸਤਾਨ ਦੇ ਵਿੱਚ ਇੱਕ ਹੋਰ ਆਇਡੈਂਟੀਟੀ, ਇੱਕ ਹੋਰ ਨਾਂ ਹੇਠ ਉਹ ਸਿੰਘ ਰਹਿ ਰਿਹਾ ਹੈ। ਔਰ ਇੱਥੇ ਮੈਂ ਇਹ ਵੀ ਗੱਲ ਸਪਸ਼ਟ ਕਰਕੇ ਅੱਗੇ ਵਧਾਂ ਕਿ ਸਾਡੇ ਬਹੁਤ ਸਾਰੇ ਭਰਾਵਾਂ ਨੂੰ ਗੱਲ ਦੀ ਕਈ ਵਾਰੀ ਸਮਝ ਨਹੀਂ ਹੁੰਦੀ। ਉਹ ਕਹੀ ਜਾਂਦੇ ਸੀਗੇ ਕਿ ਜੀ ਜਿਹੜੀ ਡੈਡ ਬੋਡੀ ਆ ਉਹ ਪੰਜਾਬ ਭੇਜੀ ਜਾਵੇ, ਪਰਿਵਾਰ ਕੋਲੇ ਸੰਸਕਾਰ ਹੋਣਾ ਚਾਹੀਦਾ, ਪਰਿਵਾਰ ਕਰੇ। ਪਰ ਇੱਕ ਪਾਸੇ ਜਦੋਂ ਇੰਡੀਅਨ ਸਟੇਟ ਸਿਸਟਮ ਨੇ 20 ਮੋਸਟ ਵਾਂਟਡ, 20 ਖਤਰਨਾਕ ਸਿੰਘਾਂ ਦੀ ਇੱਕ ਲਿਸਟ ਬਣਾ ਕੇ, ਲੋਕਾਂ ਦੀ ਲਿਸਟ ਬਣਾ ਕੇ ਦਿੱਤੀ, ਤਾਂ ਪਾਕਿਸਤਾਨ ਸਰਕਾਰ ਨੇ ਇੰਟਰਨੈਸ਼ਨਲ ਲੈਵਲ ਤੇ ਡਿਨਾਈ ਕੀਤਾ, ਮਨਾ ਕੀਤਾ ਕਿ ਸਾਡੇ ਕੋਲੇ ਕੋਈ ਇਹਨਾਂ ਚੋਂ ਹੈ ਨਹੀਂ ਬੰਦਾ। ਤੇ ਭਾਈ ਪੰਜਵੜ ਸਮੇਤ ਬਾਕੀ ਸਾਰੇ ਸਿੰਘਾਂ ਬਾਰੇ ਉਹਨਾਂ ਨੇ ਤਾਂ ਵਾਰ-ਵਾਰ ਇਹ ਗੱਲ ਕਹੀ ਕਿ ਸਾਡੇ ਕੋਲੇ ਹੈ ਹੀ ਨਹੀਂ। ਤੇ ਅੱਜ ਉਹ ਕਿਹੜੇ ਹਿਸਾਬ ਨਾਲ ਇਹ ਗੱਲ ਕਹਿਣ ਕਿ ਆ ਲਓ ਜੀ ਉਹ ਸਾਡੇ ਕੋਲੇ ਹੀ ਸੀ। ਸੋ ਇਸ ਕਰਕੇ ਉਹਨਾਂ ਲਈ ਇਹ ਔਖਾ ਸੀ। ਤੇ ਇਹੀ ਚੀਜ਼ ਜਦੋਂ ਸਾਡਾ ਵੀਰ ਹਰਮੀਤ ਸਿੰਘ PhD ਦਾ ਉੱਥੇ ਸ਼ਹੀਦੀ ਹੋਈ ਆ, ਉਦੋਂ ਵੀ ਔਖਾ ਸੀ। ਤੇ ਬਾਕੀ ਜਿਹੜੇ ਹੈਗੇ ਆ ਸੱਜਣ, ਉਹ ਉੱਥੇ ਜਿਹੜੇ ਰਹਿ ਰਹੇ ਨੇ, ਉਹਨਾਂ ਦਾ ਵੀ ਉਹ ਮੰਨ ਨਹੀਂ ਸਕਦੇ ਕਿਸੇ ਤਰੀਕੇ ਨਾਲ। ਬੇਸ਼ੱਕ ਸਾਰਿਆਂ ਨੂੰ ਹੀ ਪਤਾ ਇਹ ਕੋਈ ਲੁਕੀ ਛਿਪੀ ਗੱਲ ਤਾਂ ਹੈ ਨਹੀਂ, ਪਰ ਇਹ ਗੱਲ ਇੱਕ ਨੁਕਤਾ ਜ਼ਰੂਰ ਹੈਗਾ ਕਿ ਉਹ ਨਹੀਂ ਮੰਨ ਸਕਦੇ। ਤੇ ਉਹਨਾਂ ਨੂੰ ਕਈਆਂ ਨੂੰ ਜਿਵੇਂ ਇਹਦਾ ਪਤਾ ਲੱਗਿਆ ਭਾਈ ਪੰਜਵੜ ਬਾਰੇ ਵੀ ਉਹਨਾਂ ਨੇ ਸਰਦਾਰ ਸਿੰਘ ਮਲਕ ਸ਼ਾਇਦ ਨਾਂ ਹੇਠ ਉਹਨਾਂ ਨੂੰ ਨਵੀਂ ਆਇਡੈਂਟੀਟੀ ਦੇ ਕੇ ਉੱਥੇ ਰੱਖਿਆ ਸੀ। ਉਹ ਲਾਹੌਰ ਦੇ ਵਿੱਚ ਜਦੋਂ ਇਹ ਘਟਨਾ ਵਾਪਰੀ, ਸਵੇਰ ਤੋਂ ਦੁਪਹਿਰ ਹੋ ਗਈ, ਦੁਪਹਿਰ ਤੱਕ ਹੌਲੀ ਹੌਲੀ ਉਹ ਸਾਰੇ ਗੱਲ ਫੈਲੀ, ਜਿਹਨੇ ਵੀ ਸੁਣਿਆ ਸੁਣ ਜਾ ਹੋ ਗਿਆ। ਤੇ ਬੜੇ ਲੰਮੇ ਅਰਸੇ ਬਾਅਦ ਇਹੋ ਜਿਹੀ ਘਟਨਾ ਜਿਹੜੀ ਆ ਇੱਕਦਮ ਵਾਪਰੀ ਤੇ ਮਨ ਜਿਹੜਾ ਸੀਗਾ ਸਾਰਿਆਂ ਦਾ ਬੜਾ ਵਿਹਵਲ ਹੋਇਆ। ਔਖ ਹੁੰਦੀ ਆ ਇੱਕਦਮ ਇਹੋ ਜਿਹੀ ਗੱਲ ਨੂੰ ਪਹੁੰਚਾਉਣਾ। ਹੁਣ ਜਰਮਨ ਦੀਆਂ ਸੰਗਤਾਂ ਨੇ ਉੱਥੇ ਅਖੰਡ ਪਾਠ ਸਾਹਿਬ ਦਾ ਪ੍ਰੋਗਰਾਮ ਰੱਖਿਆ, ਨਨਕਾਣਾ ਸਾਹਿਬ ਵੀ ਪ੍ਰੋਗਰਾਮ ਹੋਏਗਾ, ਹੋਰ ਮੁਲਕਾਂ ਦੇ ਵਿੱਚ ਵੀ ਕਈ ਥਾਵਾਂ ਤੋਂ ਕਨਸੂਆਂ ਮਿਲ ਰਹੀਆਂ ਨੇ।
ਇੱਥੇ ਘਰੇ ਵੀ ਹੋਏਗਾ ਪ੍ਰੋਗਰਾਮ, ਤੇ ਇੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਪ੍ਰੋਗਰਾਮ ਜਿਹੜਾ ਹੈ ਸ਼ਾਇਦ 12 ਤਰੀਕ ਮਿਲੀ ਹੈ, 12 ਮਈ। ਇੱਥੇ ਵੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਭੋਗ ਆ ਉਹ ਪਾਵਾਂਗੇ। ਗੱਲ ਇਹ ਆ ਵੀ ਜਿੰਨਾ ਟਾਈਮ ਕੋਈ ਸਿੰਘ ਜਿਉਂਦਾ ਹੁੰਦਾ ਉਹਦੇ ਨਾਲ ਰੋਸੇ ਗਿਲੇ ਹੁੰਦੇ ਆ। ਅੱਜ ਜਿਹੜੇ ਸੱਜਣਾਂ ਨੂੰ ਰੋਸੇ ਗਿਲੇ ਸੀ ਉਹਨਾਂ ਨੂੰ ਆਪਦਾ ਸੋਚ ਲੈਣਾ ਚਾਹੀਦਾ ਕਿ ਉਹਨਾਂ ਨੇ ਅੱਗੇ ਕੀ ਕਹਿਣਾ ਕਰਨਾ। ਦੋ ਮਸਲੇ ਜਿਹੜੇ ਭਾਈ ਹਰਮਿੰਦਰ ਸਿੰਘ ਸੰਧੂ ਨਾਲ ਸਿੱਧੇ ਤੌਰ ਤੇ ਜੋੜ ਕੇ ਚਰਚਾ ਹੁੰਦੀ ਰਹੀ ਆ, ਉਹ ਸੀ ਇੱਕ ਭਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ, ਦੂਜਾ ਹੈਗਾ 92 ਦੀਆਂ 91 ਦੀਆਂ ਜਿਹੜੀਆਂ 91 ਤੇ 92 ਦੀਆਂ ਅਸੈਂਬਲੀ ਚੋਣਾਂ ਦਾ ਬਾਈਕਾਟ। ਇਹਨਾਂ ਦੋਨਾਂ ਬਾਰੇ ਬਹੁਤ ਸਾਰੇ ਸੱਜਣਾਂ ਨੇ, ਜਦੋਂ ਪਿਛਲੇ ਸਾਲ ਵੀ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਦੇ ਬਾਰੇ ਚਰਚਾ ਚੱਲੀ, ਆਪਾਂ ਇੱਥੇ ਇੱਕ ਪ੍ਰੋਗਰਾਮ ਕੀਤਾ ਪੂਰਾ। ਬਹੁਤ ਸਾਰੇ ਸੱਜਣਾਂ ਨੇ ਪਿਛਲੇ 10-15 ਸਾਲਾਂ 'ਚ ਸਾਡੇ ਨਾਲ ਵੀ ਇਸ ਗੱਲ ਤੇ ਚਰਚਾ ਕੀਤੀ, ਤੇ ਮੈਂ ਇਹੀ ਕਹਿੰਦਾ ਰਿਹਾ ਕਿ ਭਾਈ ਪਰਮਜੀਤ ਸਿੰਘ ਪੰਜਵੜ ਜਿਉਂਦੇ ਜਾਗਦੇ ਬੈਠੇ ਆ, ਤੇ ਕੋਈ ਔਖ ਨਹੀਂ ਹੈਗੀ ਜਿਹਦਾ ਜੀ ਕਰਦਾ ਨਨਕਾਣਾ ਸਾਹਿਬ ਜਾਵੇ, ਗੱਲ ਕਰ ਲਵੇ। ਉਹ ਜ਼ਿਆਦਾ ਉਹਨਾਂ ਤੋਂ ਵਧੀਆ ਤਰੀਕੇ ਨਾਲ ਸਮਝਿਆ ਜਾ ਸਕਦਾ ਕਿ ਇਹ ਗੱਲਾਂ ਦੀ ਹਕੀਕਤ ਕੀ ਆ, ਇਹ ਫੈਸਲੇ ਕਿਵੇਂ ਹੋਏ ਜਾਂ ਕੀ ਇਹਦੇ ਪਿੱਛੇ ਕਹਾਣੀ। ਪਰ ਆਪੋ ਆਪਣੇ ਹਿਸਾਬ ਨਾਲ ਇਹਨਾਂ ਦੋਨਾਂ ਘਟਨਾਵਾਂ ਦੀ ਵਿਆਖਿਆ ਕਰਕੇ ਮਨਮਰਜ਼ੀ ਦੇ ਨਤੀਜੇ ਕੱਢ ਕੇ ਹਰੇਕ ਬੰਦਾ ਆਪਦੀ ਗੱਲ ਕਰਦਾ ਰਿਹਾ। ਤੇ ਅੱਜ ਭਾਈ ਪਰਮਜੀਤ ਸਿੰਘ ਦੇ ਪੰਜਵੜ ਦੇ ਜਾਣ ਤੋਂ ਬਾਅਦ ਬਹੁਤ ਸਾਰੇ ਸੱਜਣ ਜਿਹੜੇ ਬਹੁਤ ਹੀ ਜ਼ਿਆਦਾ ਤਲਖੀ ਵਿੱਚ ਆ ਕੇ ਇਲਜ਼ਾਮਬਾਜ਼ੀਆਂ ਕਰਦੇ ਰਹੇ ਆ, ਉਹ ਬੜੇ ਕਸੂਤੇ ਜਿਹੇ ਫਸੇ ਮਹਿਸੂਸ ਕਰਨਗੇ ਕਿ ਭਾਈ ਪਰਮਜੀਤ ਸਿੰਘ ਪੰਜਵੜ ਆਖਰ ਇੰਡੀਅਨ ਸਟੇਟ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਇੱਕ ਪੱਖ ਤੋਂ ਇਹ ਗੱਲ ਅੱਜ ਉਹਨਾਂ ਸਾਰੇ ਲੋਕਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਜਿਹੜੇ ਬਾਕੀ ਜਿਉਂਦੇ ਖਾਲਿਸਤਾਨੀਆਂ ਨੂੰ ਐਵੇਂ ਨਿੰਦਦੇ ਭੰਡਦੇ ਰਹਿੰਦੇ। ਅਜੇ ਜੰਗ ਖਤਮ ਨਹੀਂ ਹੋਈ, ਅਜੇ ਲੜਾਈ ਜਾਰੀ ਹੈ। ਬਹੁਤ ਸਾਰੇ ਫੈਸਲੇ, ਬਹੁਤ ਸਾਰੀਆਂ ਗੜਬੜਾਂ ਬੰਦਾ ਕਰਦਾ ਜਦੋਂ ਕੰਮ ਕਰਦਾ। ਜਦੋਂ ਕੋਈ ਡਰਾਈਵਿੰਗ ਸੀਟ ਤੇ ਬੈਠਦਾ ਪਹਿਲੀ ਵਾਰੀ ਉਹ ਤੋਂ ਗਲਤੀ ਹੋ ਹੀ ਜਾਂਦੀ, ਫਿਰ ਹੌਲੀ ਹੌਲੀ ਹੱਥ ਪੱਕ ਜਾਂਦਾ ਬੰਦੇ ਦਾ। ਇਵੇਂ ਹੀ ਲਹਿਰਾਂ ਵਿੱਚ ਆਉਣ ਵਾਲੇ ਬੰਦਿਆਂ ਤੋਂ ਗਲਤੀਆਂ ਗੜਬੜਾਂ ਹੁੰਦੀਆਂ। ਮੈਂ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ ਵੀ ਇੱਕ ਧਿਰ ਨੇ ਪੰਥਕ ਤੌਰ ਦੇ ਉੱਤੇ ਹੁਣ ਸਰਗਰਮੀਆਂ ਜਦੋਂ ਸ਼ੁਰੂ ਕੀਤੀਆਂ, ਤੇ ਮੈਂ ਕਿਸੇ ਸ਼ਖਸ ਬਾਰੇ ਇਤਰਾਜ਼ ਕੀਤਾ ਕਿ ਇਹਦੇ ਬਾਰੇ ਤਾਂ ਉਹਨਾਂ ਦਿਨਾਂ ਦੇ ਵਿੱਚ ਕਮਜ਼ੋਰੀ ਦਿਖਾ ਗਿਆ 90-91 ਚ। ਤਾਂ ਜ਼ਿੰਮੇਵਾਰ ਭਰਾਵਾਂ ਨੇ ਸਮਝਾਇਆ ਕਿ ਤੁਸੀਂ ਸੱਚ ਕਹਿੰਦੇ ਹੋ, ਪਰ ਇਹ ਬੰਦਾ ਜਦੋਂ ਤੁਰਿਆ ਸੀ ਨਾ, ਇਹਦਾ ਸਿਦਕ, ਇਹਦੀ ਦ੍ਰਿੜਤਾ ਬੇਮਿਸਾਲ ਸੀ। ਤੇ ਜਦੋਂ ਇਹਨੇ ਕਮਜ਼ੋਰੀ ਦਿਖਾਈ ਆ, ਉਹ ਮਾਹੌਲ ਹੀ ਇਹੋ ਜਿਹਾ ਬਣ ਗਿਆ ਉਹਦੇ ਵਿੱਚ, ਇਹਦੀ ਥਾਂ ਤੇ ਕੋਈ ਸਾਡੇ ਚ ਵੀ ਹੁੰਦਾ ਸ਼ਾਇਦ ਕਮਜ਼ੋਰੀ ਦਿਖਾ ਜਾਂਦਾ। ਅਸੀਂ ਇਹਦੀ ਗੱਲ ਨੂੰ ਸਾਰਿਆਂ ਨੂੰ ਸਮਝਿਆ, ਤੇ ਅੱਜ ਅਸੀਂ ਉਹੋ ਜਿਹਾ ਕੋਈ ਕੰਮ ਨਹੀਂ ਕਰਨਾ ਹੈਗਾ। ਉਦੋਂ ਅੰਡਰਗਰਾਉਂਡ ਮੂਵਮੈਂਟ ਸੀ, ਅੱਜ ਓਵਰਗਰਾਉਂਡ ਅਸੀਂ ਚੱਲਣਾ। ਸਾਡਾ ਪਰਖਿਆ ਹੋਇਆ ਬੰਦਾ ਸਾਡੇ ਨਾਲ ਉਹਨਾਂ ਦਿਨਾਂ 'ਚ ਖੜਾ ਰਿਹਾ, ਇਸ ਕਰਕੇ ਅੱਜ ਸਾਨੂੰ ਲੱਗਦਾ ਕਿ ਇਹ ਬੰਦਾ ਜ਼ਿਆਦਾ ਫਰੂਟਫੁਲ ਹੋਊਗਾ। ਮੈਂ ਉਹਨਾਂ ਦੀ ਸੋਚ ਦਾ ਬੜਾ ਕਾਇਲ ਹੋਇਆ ਕਿ ਕਮਾਲ ਆ, ਇਸ ਬੰਦੇ ਦੇ ਇਹਨਾਂ ਨੇ ਚੰਗੇ ਪੱਖ ਦੀ ਕਦਰ ਕੀਤੀ। ਤੇ ਸਾਡੇ ਸਿੰਘ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਖਾੜਕੂ ਸੰਘਰਸ਼ ਵਿੱਚ ਆਏ ਹੋਏ ਬੰਦਿਆਂ ਦਾ ਨੁਕਸ ਦੇਖਦੇ ਆ ਵੀ ਨੁਕਸ ਕਿੱਥੇ ਲੱਭੇ, ਔਗਣ ਕਿਹੜਾ ਉਹ ਦੇਖਦੇ। ਚੰਗਿਆਈ ਜਿਹੜੀ ਆ ਉਹਦੀ ਕੋਈ ਗੱਲ ਨਹੀਂ, ਉਹ ਕਹਿੰਦੇ ਛੱਡੋ ਜੀ। ਮਤ ਜਦੋਂ ਆਪਾਂ ਪਹਿਲਾਂ ਹੀ ਕੰਧ 'ਚ ਤੀਰ ਮਾਰ ਕੇ ਆਲੇ ਦੁਆਲੇ ਗੋਲਦਾਰਾ ਵਾਹ ਕੇ ਇਹ ਸਾਬਤ ਕਰਨ ਬਹਿ ਗਏ ਵੀ ਆਹ ਦੇਖੋ ਜੀ ਸਾਡਾ ਜਿਹੜਾ ਤੀਰ ਆ ਉਹ ਗੋਲਦਾਰੇ ਦੇ ਵਿੱਚ ਵੱਜਿਆ ਹੋਇਆ, ਸਾਡਾ ਨਿਸ਼ਾਨਾ ਪੱਕਾ, ਫਿਰ ਤਾਂ ਰਿਜ਼ਲਟ ਮਨਮਰਜ਼ੀ ਦੇ ਨਿਕਲ ਹੀ ਆਉਣਗੇ। ਜਦੋਂ ਪਹਿਲੇ ਮਿਥਿਆ ਹੋਇਆ ਕਿ ਆਪਾਂ ਖਾੜਕੂਆਂ ਨੂੰ, ਖਾਲਿਸਤਾਨੀ ਲਹਿਰ ਨੂੰ ਭੰਡਣਾ, ਫਿਰ ਤਾਂ ਹਰੇਕ ਬੰਦੇ ਦੀ ਗੱਲ ਜਿਹੜੀ ਆ ਉਹ ਸਾਨੂੰ ਗਲਤ ਦਿਖਣੀ ਆ, ਚਾਹੇ ਉਹ ਜਿੰਨੀ ਮਰਜ਼ੀ ਕੋਈ ਸੱਚੀ ਸੁੱਚੀ ਗੱਲ ਹੋ। ਜਿਹੜਾ ਬਚ ਗਿਆ ਨਾ ਪਿਛਲੇ ਖਾੜਕੂ ਲਹਿਰ ਤੋਂ, ਉਹਨੂੰ ਤਾਂ ਮਿੰਟ ਦੀ ਸਰਟੀਫਿਕੇਟ ਦੇ ਦਿੰਦੇ ਆ। ਉਸ ਦੌਰ ਦੇ ਵਿੱਚ ਇਹ ਨਹੀਂ ਕਿ ਕੋਈ ਗਲਤ ਫੈਸਲਾ ਹੀ ਨਹੀਂ ਹੋਇਆ ਹੋਣਾ, ਬੜੀਆਂ ਐਡੀ ਵੱਡੀ ਲਹਿਰ ਸੀ, ਬੜੇ ਫੈਸਲੇ ਗਲਤ ਹੋਏ ਹੋਣੇ, ਪਰ ਉਹਨਾਂ ਫੈਸਲਿਆਂ ਤੇ ਚਰਚਾ ਕੀਤੀ ਜਾ ਸਕਦੀ ਹੈ। ਹੁਣ ਕਈ ਕਹਿ ਸਕਦੇ ਆ ਕਿ ਇਹ ਗੱਲਾਂ ਜੱਚਦੀਆਂ ਨਹੀਂ, ਤਾਂ ਮੈਂ ਕਿਉਂਕਿ ਇਤਿਹਾਸ ਦਾ ਬੜਾ ਮੈਨੂੰ ਚਾਅ ਰਹਿੰਦਾ, ਮੈਂ ਪੜ੍ਹਦਾ ਬੜਾ,
ਮੈਂ ਇਤਿਹਾਸ ਦੇ ਵਿੱਚ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿੱਦਣ ਛੋਟਾ ਘੱਲੂਘਾਰਾ ਹੋਇਆ ਤੇ ਸਿੰਘ ਸਾਰੇ ਦੇ ਸਾਰੇ ਜਰਨੈਲ ਉਹਨਾਂ ਨੂੰ ਨਾਲ ਲੈ ਕੇ ਸੰਗਤ ਨੂੰ, ਖਾਲਸਾ ਦਲ ਨੂੰ ਕਾਨੂੰ ਆਉਣ ਦੇ ਛੰਭ 'ਚ ਵੜ ਗਏ ਤੇ ਬਾਅਦ ਵਿੱਚ ਜਿਹੜਾ ਹਾਲਾਤ, ਜਿਹੜਾ ਮਾਹੌਲ ਆ, ਉਹਦੇ ਹਿਸਾਬ ਨਾਲ ਇਹ ਫੈਸਲਾ ਗਲਤ ਸੀ, ਕਿਉਂਕਿ ਲਖਪਤ ਰਾਏ ਨੇ ਫੌਜਾਂ ਨੂੰ ਨਾਲ ਲੈ ਕੇ ਜਿੰਨਾ ਨੁਕਸਾਨ ਕਾਨੂੰ ਆਉਣ ਦੇ ਵਿੱਚ, ਉਸ ਛੰਭ ਜਿਹਦੇ ਵਿੱਚ, ਉਸ ਜੰਗਲ ਵੇਲੇ ਜਿਹਦੇ ਵਿੱਚ ਫਸੇ ਹੋਏ ਸਿੰਘਾਂ ਦਾ ਕੀਤਾ, ਉਹਨਾਂ ਸ਼ਾਇਦ ਬਾਹਰ ਨਾ ਹੁੰਦਾ, ਪਰ ਹੋਇਆ। ਪਰ ਮੈਨੂੰ ਅੱਜ ਤੱਕ ਇਤਿਹਾਸ ਦੇ ਵਿੱਚੋਂ ਕਦੇ ਕਿਸੇ ਨੂੰ ਲਿਖਿਆ ਹੋਇਆ ਨਹੀਂ ਮਿਲਿਆ ਕਿਸੇ ਵੀ ਕਿਤਾਬ ਚੋਂ ਵੀ ਉਹ ਜਿਹੜੇ ਸਿੰਘ ਸੀ ਉਹ ਗਦਾਰ ਸੀ, ਉਹ ਵਿਕੇ ਹੋਏ ਸੀ, ਉਹ ਤਾਂ ਲਖਪਤ ਰਾਏ ਨਾਲ ਮਿਲ ਗਏ ਸੀ, ਉਹਨਾਂ ਨੇ ਉੱਥੇ ਸਿੱਖਾਂ ਦਾ ਕਤਲੇਆਮ ਕਰਵਾਤਾ। ਨਹੀਂ ਕਿਹਾ ਕਿਸੇ ਨੇ, ਨਾ ਕਿਸੇ ਨੇ ਵੱਡੇ ਘੱਲੂਘਾਰੇ ਲਈ ਉਸ ਵੇਲੇ ਦੇ ਜਰਨੈਲਾਂ ਨੂੰ, ਕਿਉਂਕਿ ਜਦੋਂ ਸੁਨੇਹਾ ਮਿਲਿਆ ਵੀ ਅਬਦਾਲੀ ਚੜਿਆ ਆ ਰਿਹਾ ਮਲੇਰਕੋਟਲੇ ਦੇ ਕੋਲ, ਸਿੱਖ ਸੀ ਉਦੋਂ, ਮਲੇਰਕੋਟਲੇ ਦੇ ਕੋਲ ਬੈਠਿਆਂ ਨੇ ਸਲਾਹ ਮਸ਼ਵਰਾ ਕੀਤਾ ਕਿ ਚੰਗੀ ਤਰ੍ਹਾਂ ਦੋ ਹੱਥ ਕਰਨੇ ਆ ਤਾਂ ਆਪਾਂ ਪਹਿਲਾਂ ਬੱਚੇ ਤੇ ਮਾਈਆਂ ਬੀਬੀਆਂ ਤੇ ਬਜ਼ੁਰਗਾਂ ਨੂੰ ਕਿਸੇ ਸੇਫ ਥਾਂ ਤੇ, ਸੁਰੱਖਿਅਤ ਥਾਂ ਤੇ ਉੱਪੜਦਾ ਕਰਦੀ। ਅੰਦਾਜ਼ਾ ਇਹ ਲਾਇਆ ਵੀ ਅਜੇ ਉਹਨੂੰ 3-4 ਦਿਨ ਤਾਂ ਲੱਗ ਹੀ ਜਾਣੇ ਇੱਥੇ ਆਉਂਦੇ ਨੂੰ, ਪਰ ਉਹ ਜਿਹੜੀ ਗੜਬੜ ਹੋ ਗਈ ਹਿਸਾਬ ਕਿਤਾਬ 'ਚ, ਅਬਦਾਲੀ ਬਿਨਾਂ ਰੁਕੇ ਠਾਹ ਦੇਣੇ ਸਿਰ ਤੇ ਹੀ ਆ ਖੜਿਆ ਤੇ ਉਹਦੇ ਕਰਕੇ ਵੱਡੇ ਘੱਲੂਘਾਰਾ ਜਿਹੜਾ ਆਪਣਾ ਗੁਰਦੁਆਰਾ ਬਣਿਆ ਹੈ, ਜੇ ਤੁਸੀਂ ਦਰਸ਼ਨ ਕੀਤੇ ਹੁਣ ਕਿਸੇ ਨੇ ਮਲੇਰਕੋਟਲੇ ਦੇ ਕੋਲ, ਉੱਥੋਂ ਲੈ ਕੇ ਕੁੱਕ ਦੇ ਟੋਟੇ ਤੋਂ ਜਦੋਂ ਸ਼ੁਰੂ ਹੁੰਦਾ ਕੰਮ, ਇਹ ਸਾਡੇ ਇੱਧਰ ਪਿੰਡਾਂ ਵੱਲ ਨੂੰ ਰਾਏਕੋਟ ਤੇ ਕਰੋ, ਹਰੇਕ ਪਿੰਡ ਦੇ ਵਿੱਚ ਮਤਲਬ ਇਸ ਵੱਡੇ ਘੱਲੂਘਾਰੇ ਦੀਆਂ ਸ਼ਹਾਦਤਾਂ ਹੋਈਆਂ। ਬਰਨਾਲੇ ਦੇ ਇਲਾਕੇ ਤੱਕ ਇਹ ਕਤਲੇਆਮ ਹੁੰਦਾ ਗਿਆ, ਬਹੁਤ ਭਾਰੀ, ਔਰ ਅੱਧੀ ਸਿੱਖ ਕੌਮ ਦਾ ਦੱਸਦੇ ਆ ਵੀ ਇੱਕੋ ਦਿਨ ਹੀ ਉਦੋਂ ਕਾਂਡ ਹੋ ਗਿਆ। ਬਹੁਤ ਵੱਡਾ ਝਟਕਾ ਸੀ, ਪਰ ਕਿਸੇ ਨੇ ਨਹੀਂ ਕਿਹਾ ਹੈਗਾ ਵੀ ਉਹ ਸਿੱਖ ਜਰਨੈਲਾਂ ਦੀ ਗਲਤੀ ਸੀ, ਉਹਨਾਂ ਨੇ ਐ ਨਹੀਂ ਸੀ ਆਹ ਕਰਨਾ ਸੀ, ਕਿਉਂਕਿ ਪਤਾ ਸੀ ਆਉਣ ਵਾਲੇ ਵੀ ਸਿੱਖ ਜਰਨੈਲਾਂ ਨੇ ਜਾਂ ਸਿੱਖ ਜੁਝਾਰੂਆਂ ਨੇ ਜਿੱਥੇ ਜਿੱਥੇ ਕੌਮ ਦਾ ਨੁਕਸਾਨ ਹੋਇਆ ਸਮਝਿਆ ਜਾ ਰਿਹਾ, ਉੱਥੇ ਉਹਨਾਂ ਦੀ ਨੀਤ ਜਾਂ ਉਹਨਾਂ ਦਾ ਫੈਸਲਾ ਥੋੜੀ ਗਲਤ ਸੀ, ਉਹਨਾਂ ਦੀ ਕੋਈ ਆਪਦੀ ਬੇਈਮਾਨੀ ਥੋੜੀ ਸੀ, ਉਹਨਾਂ ਦੇ ਫੈਸਲੇ ਦੇ ਕਰਕੇ ਜੇ ਨੁਕਸਾਨ ਹੋ ਗਿਆ। ਉਹ ਕਿਹਾ ਇਹ ਜਾ ਰਿਹਾ ਕਿ ਜੀ ਜਿਹੜਾ ਬਾਈਕਾਟ ਕੀਤਾ ਉਹ ਬੜਾ ਭੈੜਾ ਕੰਮ ਸੀ, ਔਰ ਮੈਂ ਅੱਜ ਸਾਰੇ ਅਖਬਾਰ, ਮੈਂ 1983 ਤੋਂ ਲੈ ਕੇ ਜਨਵਰੀ 1983 ਤੋਂ ਲੈ ਕੇ ਦਸੰਬਰ 1993 ਤੱਕ ਦੇ 10 ਸਾਲ ਦੇ ਸਾਰੇ ਅਜੀਤ ਅਖਬਾਰ ਸਾਂਭ ਕੇ ਰੱਖੇ ਨੇ। ਤੇ ਅੱਜ ਮੈਂ ਭਾਈ ਪਰਮਜੀਤ ਸਿੰਘ ਪੰਜਵੜ ਬਾਰੇ, ਖਾਲਿਸਤਾਨ ਕਮਾਂਡੋ ਫੋਰਸ ਬਾਰੇ ਫੈਕਟ ਤੱਥ ਇਕੱਠੇ ਕਰਨ ਲਈ, ਲਿਖਣ ਲਿਖਾਉਣ ਦੇ ਲਈ ਮੈਂ ਸਾਰੇ ਅਖਬਾਰਾਂ ਦੇ ਨਜ਼ਰ ਮਾਰ ਰਿਹਾ ਸੀ ਕਿ ਭਾਈ ਮਨਵੀਰ ਸਿੰਘ ਝਿਹੜੂ ਪਹਿਲੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ, ਜਿਨ੍ਹਾਂ ਨੂੰ ਜਨਰਲ ਹਰੀ ਸਿੰਘ ਨਾਮ ਦਿੱਤਾ ਗਿਆ ਸੀ, ਉਹਨਾਂ ਦੀ ਗ੍ਰਿਫਤਾਰੀ ਕਿਵੇਂ, ਕਿਹੜੀ ਤਰੀਕ ਨੂੰ ਜਲੰਧਰ 'ਚ ਹੋਈ, ਫਿਰ ਕਿਵੇਂ ਭਾਈ ਲਾਭ ਸਿੰਘ, ਜਨਰਲ ਲਾਭ ਸਿੰਘ, ਜਿਹੜੇ ਭਾਈ ਸੁਖਦੇਵ ਸਿੰਘ ਉਰਫ ਸੁੱਖਾ ਪਿੰਡ ਪੰਜਵੜ, ਜਿਹੜੇ ਕਿ ਇਹਨਾਂ ਦੇ ਪਰਿਵਾਰ ਚੋਂ ਹੀ ਸੀਗੇ, ਭਾਈ ਪਰਮਜੀਤ ਸਿੰਘ ਪੰਜਵੜ, ਉਹਨਾਂ ਨੂੰ ਮੁਖੀ ਥਾਪਿਆ ਗਿਆ। ਫਿਰ ਉਹ 12 ਜੁਲਾਈ 1988 ਨੂੰ ਉਹ ਸ਼ਹੀਦ ਹੋ ਗਏ। ਉਹਨਾਂ ਤੋਂ ਬਾਅਦ ਵਿੱਚ ਇੱਕ ਧਿਰ ਨੇ ਭਾਈ ਸੁਖਦੇਵ ਸਿੰਘ ਝਾਮਕੇ ਦਾ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਦੇ ਨਾਂ ਤੇ ਨਾਂ ਚਲਾਤਾ, ਵਿੱਚ ਹੀ ਬਾਬਾ ਦਲਵਿੰਦਰ ਸਿੰਘ ਦਾ ਨਾਂ ਵੀ ਚੱਲਦਾ ਰਿਹਾ। ਅਖੀਰ ਇਹ ਸਾਰੀ ਧੁੰਦ ਜੀ ਉਦੋਂ ਮਿਟੀ ਜਦੋਂ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਨੂੰ ਖਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ ਜਿਹੜਾ ਸੀ ਉਹ ਥਾਪਿਆ ਗਿਆ। ਉਹਨਾਂ ਤੋਂ ਬਾਅਦ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਮੁਖੀ ਬਣਦੇ। ਜਿੱਦਣ ਭਾਈ ਪਰਮਜੀਤ ਸਿੰਘ ਪੰਜਵੜ ਦਾ ਆਨੰਦ ਕਾਰਜ ਹੋਇਆ, ਦੱਸਦੇ ਆ ਵੀ ਸਾਰੀਆਂ ਖਾੜਕੂ ਜਥੇਬੰਦੀਆਂ ਦੇ ਜਰਨੈਲ ਤੇ ਹੋਰ ਅਹੁਦੇਦਾਰ, ਸਤਿਕਾਰਤ ਸ਼ਖਸੀਅਤਾਂ ਉਸ ਮੌਕੇ ਗੁਰੀਲਾ ਜ਼ਿੰਦਗੀ ਸੀ ਚੱਲ ਰਹੀ, ਗੁਪਤਵਾਸ ਵਿੱਚ ਸੀ। ਜਿੱਥੇ ਆਨੰਦ ਕਾਰਜ ਹੋਇਆ ਉੱਥੇ ਡਾਕਟਰ ਸੋਹਣ ਸਿੰਘ, ਜਿਹੜੇ ਖਾਲਿਸਤਾਨ ਦੀ ਲਹਿਰ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾ ਕੇ ਗਏ ਨੇ, ਉਹਨਾਂ ਨੇ ਜਦੋਂ ਇਹਨਾਂ ਦੇ ਗਲਾਂ 'ਚ ਜਿਵੇਂ ਆਪਣੇ ਹਾਰ ਪਾਉਂਦੇ ਆ ਨਾ ਲੋਕ ਵਿਆਹ ਵਾਲੇ ਮੁੰਡੇ ਕੁੜੀ ਦੇ, ਵਿਆਹ ਵਾਲੀ ਜੋੜੀ ਦੇ, ਉਵੇਂ ਇਹਨਾਂ ਦੇ ਗਲਾਂ 'ਚ ਪਿਸਟਲ ਪਾਏ ਸੀ ਬੀਬੀ ਪਾਲਜੀਤ ਕੌਰ ਤੇ ਭਾਈ ਪਰਮਜੀਤ ਸਿੰਘ ਪੰਜਵੜ। ਤੇ ਇਸ ਸਾਰੇ ਜਦੋਂ ਖਬਰਾਂ ਨੂੰ, ਘਟਨਾਵਾਂ ਨੂੰ ਮੈਂ ਦੇਖ ਰਿਹਾ ਸੀਗਾ, ਉਹਦੇ ਵਿੱਚ 1999 ਦਾ ਉਹ ਦੌਰ ਆਉਂਦਾ ਜਦੋਂ
ਇਲੈਕਸ਼ਨ ਹੋਈ ਆ ਜਿਹਦੇ ਚ ਮਾਨ ਸਾਹਿਬ ਜਿੱਤੇ, ਅਤਿੰਦਰਪਾਲ ਸਿੰਘ ਜਿੱਤਿਆ, ਹੋਰ ਸਾਰੇ ਜਿੱਤੇ ਆ। ਉਹਦੇ ਵਿੱਚ ਖਾੜਕੂ ਜਥੇਬੰਦੀਆਂ ਦੀ, ਬੱਬਰ ਖਾਲਸਾ ਦੀ ਤੇ ਹੋਰ ਸਾਰੇ ਦੀਆਂ ਸਟੇਟਮੈਂਟਾਂ ਛਪੀਆਂ ਹੋਈਆਂ। 1991-92 ਦਾ ਤਾਂ ਚੇਤਾ ਸਾਡੇ ਬੰਦਿਆਂ ਨੂੰ ਬੜਾ, ਉਹਦੇ ਬਾਰੇ ਤੱਤੇ ਹੋਏ ਫਿਰਦੇ ਨੇ। ਪਰ 1999 ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਖਾਲਿਸਤਾਨੀ ਜਥੇਬੰਦੀਆਂ ਨੇ ਇਹੀ ਕਿਹਾ ਸੀਗਾ ਵੀ ਸਾਡਾ ਨਾਤਾ ਇੰਡੀਅਨ ਸਟੇਟ ਨਾਲੋਂ, ਭਾਰਤੀ ਹਕੂਮਤ ਨਾਲੋਂ 6 ਜੂਨ 1984 ਨੂੰ ਟੁੱਟ ਗਿਆ। ਸਾਡਾ ਭਾਰਤੀ ਸੰਵਿਧਾਨ 'ਚ ਕੋਈ ਯਕੀਨ ਨਹੀਂ, ਇਸ ਕਰਕੇ ਅਸੀਂ ਚੋਣਾਂ ਦੇ ਵਿੱਚ ਕਿਸੇ ਕਿਸਮ ਦਾ ਹਿੱਸਾ ਲੈਣ ਵਿੱਚ ਹੱਕ 'ਚ ਨਹੀਂ ਹੈ। ਹੁਣ ਜਿਹੜੇ ਲੋਕ ਫੁਕਰੀਆਂ ਮਾਰਦੇ ਆ, ਜਵਲੀਆਂ ਰੋੜਦੇ ਆ ਵੀ ਜੀ ਏਜੰਸੀਆਂ ਨੇ 91 ਦਾ ਬਾਈਕਾਟ ਕਰਾਤਾ, ਕੋਈ ਕਹਿੰਦਾ ਜੀ ਬੇਅੰਤ ਸਿੰਘ ਦਾ ਰਾਜ ਲਿਆਉਣ ਲਈ ਕੀਤਾ। ਦੱਸੋ ਫਿਰ ਤਾਂ ਤੁਸੀਂ, ਜੇ ਇਹੋ ਜਿਹੇ ਸੂਰਮੇ ਉਦੋਂ ਹੁੰਦੇ, ਇਹਨਾਂ ਨੇ ਕਹਿਣਾ ਸੀ ਲਖਪਤ ਰਾਏ ਨਾਲ ਰਲੇ ਹੋਏ ਸੀਗੇ ਜੀ, ਲਖਪਤ ਰਾਏ ਦੀ ਜਿੱਤ ਕਰਾਉਣ ਲਈ ਨਾ ਸਿੱਖਾਂ ਦਾ ਕਤਲੇਆਮ ਕਰਾਤਾ ਜਰਨੈਲਾਂ ਨੇ, ਅਬਦਾਲੀ ਨਾਲ ਰਲੇ ਹੋਏ ਸੀਗੇ ਜੀ। ਇਹ ਹੱਦ ਹੋਈ ਪਈ ਆ ਬੇਸ਼ਰਮੀ ਦੀ ਇਹਨਾਂ ਲੋਕਾਂ ਦੀ। ਇਹਨਾਂ ਲੋਕਾਂ ਨੂੰ ਨਾ ਤਾਂ ਕੋਈ ਸ਼ਰਮ, ਨਾ ਕੋਈ ਹਿਆ, ਨਾ ਕੋਈ ਸੱਚ ਦੇ ਨਾਲ ਪਿਆਰ, ਬਸ ਆਪਦਾ ਰਾਂਝਾ ਰਾਜੀ ਕਰਨਾ। 99 ਵਾਲੀਆਂ ਇਲੈਕਸ਼ਨਾਂ ਜਾਂ ਉਦੋਂ ਪਹਿਲਾਂ ਜਦੋਂ 85 ਦੇ ਵਿੱਚ, 85 ਚ ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, ਉਦੋਂ ਵੀ ਬਾਬਾ ਜੋਗਿੰਦਰ ਸਿੰਘ ਵਾਲੀ ਧਿਰ ਸੀ, ਜਿਹੜੀ ਬਾਬਾ ਜਰਨੈਲ ਸਿੰਘ ਵਾਲੀ ਧਿਰ ਸੀ। ਇੱਕ ਸਬਕ ਸਿੱਖਿਆ ਸੀਗਾ ਬਾਬਾ ਜਰਨੈਲ ਸਿੰਘ ਨੇ ਜਦੋਂ 1979 ਦੇ ਵਿੱਚ, 79 ਦੇ ਵਿੱਚ ਮਾਰਚ ਮਹੀਨੇ 'ਚ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਈ ਤੇ ਭਾਈ ਅਮਰੀਕ ਸਿੰਘ ਵਰਗੀ ਸ਼ਖਸੀਅਤ, ਜਿਹੜਾ ਬੇਦਾਗ ਸਿੱਖ ਨੌਜਵਾਨ ਸੀ, ਬੜੀ ਸਹਿਜਤਾ ਦੇ ਨਾਲ ਹੀ ਉਹਨੂੰ ਹਰਾ ਦਿੱਤਾ ਗਿਆ। ਔਰ ਸਿੱਖਾਂ ਦੀਆਂ ਵੋਟਾਂ ਸੀ। ਉਮਰਾ ਨੰਗਲ ਵਰਗਾ ਜਿਹੜਾ ਹਮੇਸ਼ਾ ਹੀ ਸਦਾ ਹੀ ਗਲਤ ਸਾਬਤ ਹੋਇਆ ਸਿੱਖੀ ਦੇ ਨਜ਼ਰੀਏ ਤੋਂ, ਉਹਨੂੰ ਜਿਤਾਇਆ ਸੀ। ਉਹ ਜੇ ਸੰਤ ਜਰਨੈਲ ਸਿੰਘ ਨੇ ਇਹ ਨਿਰਣਾ ਕੱਢਿਆ ਜਾਂ ਹੋਰ ਸਿੱਖਾਂ ਨੇ ਇਹ ਤੱਥ ਇਹ ਕਬੂਲਿਆ ਕਿ ਜੇ ਆਪਾਂ ਸਿੱਖਾਂ ਦੀਆਂ ਇਲੈਕਸ਼ਨਾਂ ਹੁੰਦੀਆਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ 'ਚ, ਤੇ ਆਪਾਂ ਉਹਦੇ 'ਚ ਵੀ ਜਿੱਤ ਸਕਦੇ, ਫਿਰ ਆਪਾਂ ਦੂਜੇ ਇਲੈਕਸ਼ਨ ਤੇ 1984 'ਚ ਤਾਂ ਫਿਰ ਅਸਰੀ ਨਿਕਲ ਗਈ ਸਾਰੀ, ਜਦੋਂ ਆਪਣਾ ਭਾਰਤੀ ਸੰਵਿਧਾਨ 'ਚ ਯਕੀਨ ਹੀ ਚੱਕਿਆ ਗਿਆ। ਇੱਕ ਪਾਸੇ ਤਾਂ ਕਹਿੰਦੇ ਆ ਵੀ ਮਾਨ ਸਾਹਿਬ ਬੜੇ ਮਾੜੇ ਆ ਜੀ, ਵਿੱਚ ਹੀ ਖਾਲਿਸਤਾਨ ਮੰਗੀ ਜਾਂਦੇ ਆ ਤੇ ਵਿੱਚ ਹੀ ਉਹ MP MLA ਦੀਆਂ ਚੋਣਾਂ ਲੜਦੇ। ਦੂਜੇ ਪਾਸੇ ਆਪਾਂ ਕਹਿੰਦੇ ਆ ਕਿ ਖਾਲਿਸਤਾਨੀ ਬੜੇ ਮਾੜੇ ਆ, ਇਹਨਾਂ ਨੇ ਬਾਈਕਾਟ ਘਰ ਤੋਂ ਕਰਤਾ। ਜੇ ਲੜ ਲੈਂਦੇ ਇਲੈਕਸ਼ਨ ਲੜਨ ਦੀ, ਉਹ ਕਹਿ ਦਿੰਦੇ ਗੱਲ ਤੇ ਅਸੀਂ ਤਾਂ ਚਲੋ ਵਿੱਚ ਨਹੀਂ ਆਉਂਦੇ, ਤੁਸੀਂ ਲੜ ਲਓ ਜਿਹਨੇ ਲੜਨੀ ਆ। ਫਿਰ ਇਹਨਾਂ ਹੀ ਲੋਕਾਂ ਨੇ ਜਿਵੇਂ ਮਾਨ ਸਾਹਿਬ ਨੂੰ ਭੰਡਦੇ ਆ ਵੀ ਵਿੱਚ ਹੀ ਖਾਲਿਸਤਾਨ ਮੰਗੀ ਜਾਂਦੇ, ਉਹ ਵਿੱਚ ਹੀ ਕਹਿੰਦੇ ਉਹ ਸੰਵਿਧਾਨ 'ਚ ਯਕੀਨ ਨਹੀਂ ਹੈਗਾ ਸਾਡਾ, ਤੇ ਨਾਲੇ ਚੋਣਾਂ ਲੜੀ ਜਾਂਦੇ। ਦਾਤੀ ਨੂੰ ਦੰਦੇ ਦੋ ਪਾਸੇ ਤਾਂ ਸੁਣਿਆ, ਮੈਨੂੰ ਤਾਂ ਲੱਗਦਾ ਜਿਹੜੀ ਦੁਨੀਆ ਸਾਡੇ ਵਾਲੀ ਸਿੱਖਾਂ ਦੀ, ਇਹਨੂੰ ਤਾਂ 40-50 ਪਾਸੇ ਦੰਦੇ ਲੱਗਦੇ ਆ ਵੀ ਕੋਈ ਪਾਸਾ ਨਹੀਂ ਛੱਡਣਾ, ਜਿੱਧਰ ਨੂੰ ਮਰਜ਼ੀ ਤੁਰ ਜਾਓ, ਤੁਹਾਡੇ ਖਿਲਾਫ ਚੱਲਣਾ। ਜਿਵੇਂ ਕੋਈ ਮੁੰਡਾ ਸਿੱਖੀ ਦੀ ਜਾਂ ਖਾਲਿਸਤਾਨ ਦੀਆਂ ਗੱਲਾਂ ਕਰੇ ਨਾ, ਪੋਸਟਾਂ ਲਿਖੇ ਸੋਸ਼ਲ ਮੀਡੀਆ ਤੇ, ਉਹਨੂੰ ਘੇਰ ਲੈਣਗੇ। ਉਹ ਆਪਦਾ ਮੂੰਹ ਸਰ ਮੁੰਨਿਆ ਹੋਇਆ, ਉਹ ਕਹਿੰਦਾ ਵੀ ਚੱਲ ਠੀਕ ਆ, ਮੈਂ ਦਾੜੀ ਕੇਸ ਰੱਖ ਲੈਣਾ, ਤੇ ਦਾੜੀ ਕੇਸ ਰੱਖ ਲਵੇ, ਫਿਰ ਕਹਿਣਗੇ ਤੂੰ ਬਾਹਰ ਬੈਠਾ, ਉਹ ਕਹਿੰਦਾ ਚੱਲ ਮੈਂ ਇੰਡੀਆ ਆ ਜਾਣਾ। ਜੇ ਉਹ ਇੱਥੇ ਆ ਕੇ ਸਰਗਰਮੀਆਂ ਕਰੇ, ਫਿਰ ਕਹਿਣਗੇ ਇਹ ਤਾਂ ਇਲੈਕਸ਼ਨਾਂ ਲੜਨ ਵਾਲਾ ਲੱਗਦਾ, ਇਹਨੇ ਤਾਂ ਨੰਬਰ ਬਣਾਉਂਦੇ MLA MP ਬਣ। ਉਹ ਕਹਿੰਦਾ ਚੱਲ ਮੈਂ ਹਥਿਆਰਬੰਦ ਪਾਸੇ, ਗਰੀਲਾ ਜ਼ਿੰਦਗੀ ਵਾਲੇ ਪਾਸੇ ਜਾਣ ਨੂੰ ਤਿਆਰ, ਫਿਰ ਤੂੰ ਮੇਰੇ ਨਾਲ ਚੱਲੇਗਾ? ਕਹਿੰਦਾ ਨਹੀਂ। ਬਈ ਚਾਹੇ ਉਹ ਮੂੰਹ ਸਰ ਮੁੰਨ ਕੇ ਆਵੇ, ਚਾਹੇ ਉਹ ਦਾੜੀ ਕੇਸ ਰੱਖ ਕੇ ਆਵੇ, ਚਾਹੇ ਉਹ ਇੰਡੀਆ 'ਚ ਰਹਿ ਕੇ ਲੜੇ, ਚਾਹੇ ਉਹ ਬਾਹਰ ਰਹਿ ਕੇ ਲੜੇ, ਜਦੋਂ ਤੁਸੀਂ ਉਹਦੇ ਖਿਲਾਫ ਹੀ ਰਹਿਣਾ ਖਾਲਿਸਤਾਨ ਦੇ ਏਜੰਡੇ ਦੀ, ਫਿਰ ਤੁਸੀਂ ਕਾਹਨੂੰ ਉਹਦੇ ਦੁਆਲੇ ਹੋਏ ਫਿਰਦੇ ਹੋ? ਫਿਰ ਤਾਂ ਉਹਨੂੰ ਕਹੋ ਭਾਈ ਜਿੱਥੇ ਮਰਜ਼ੀ ਰਹਿ, ਜਿਹੋ ਜਿਹਾ ਮਰਜ਼ੀ ਰਹਿ, ਸਾਨੂੰ ਕੋਈ ਮਤਲਬ ਨਹੀਂ, ਆਪਾਂ ਤੇਰੇ ਖਿਲਾਫ। ਸੋ ਇਵੇਂ ਦੀ ਇਹ ਗੱਲ ਆ ਵੀ ਜੇਕਰ ਤਾਂ ਖਾਲਿਸਤਾਨ ਦੇ ਹੱਕ 'ਚ ਆ, ਫਿਰ ਉਹਨਾਂ ਦੇ ਫੈਸਲਿਆਂ ਦੇ ਭਾਵ ਅਰਥ ਸਮਝੋ। ਫੈਸਲਿਆਂ ਦੀ ਭਾਵ ਅਰਥ ਸਮਝ ਕੇ, ਉਹਦੀ ਗਰਾਊਂਡ ਰਿਐਲਿਟੀ, ਪਿਛੋਕੜ ਸਾਰਾ ਉਸ ਥਾਂ ਤੇ ਆਪਦੇ ਦਿਮਾਗ ਨੂੰ ਖੜਾ ਕਰਕੇ, ਉਹਨਾਂ ਦੀ ਗੱਲ ਨੂੰ ਸਮਝ ਕੇ, ਜੇਕਰ ਆਪਾਂ ਨੂੰ ਲੱਗਦਾ ਕਿ ਫੈਸਲਾ ਠੀਕ ਨਹੀਂ ਹੈ, ਫਿਰ ਉਹਦੀ ਸਲੀਕੇ ਨਾਲ ਵਿਰੋਧਤਾ ਕਰੋ। ਪਰ ਸਿੱਧਾ ਹੀ ਕਹਿ ਦੇਣਾ ਜੀ ਇਹ ਤਾਂ ਬੇਅੰਤ ਸਿੰਘ ਦੇ ਹੱਥ ਜਿਹੜੇ ਸੀ, ਏਜੰਸੀਆਂ ਦੇ ਨਾਲ ਰਲੇ ਹੋਏ ਸੀਗੇ ਜੀ ਖਾੜਕੂ ਸਾਰੇ, ਤੇ ਜਿਹੜੇ ਉਹ ਸਾਰੇ ਦੇ ਸਾਰੇ ਉਹ ਤਾਂ ਫਿਰ ਉੱਥੇ ਸ਼ਹੀਦ ਹੋ ਗਏ, ਤੇ ਜਿਹੜੇ ਰਹਿੰਦੇ ਸੀਗੇ ਉਹ ਵੀ ਆਹ ਤੁਹਾਡੇ ਸਾਹਮਣੇ ਆ, ਭਾਈ ਪੰਜਵੜ ਵੀ ਹੁਣ ਸ਼ਹੀਦ ਹੋ ਗਏ, ਸਟੇਟ ਉਹੀ ਮਾਰ ਰਹੀ ਆ ਉਹਨਾਂ ਨੂੰ। ਸੋ ਜਿਹੜੀ ਹਕੀਕਤ ਪਸੰਦਗੀ ਆ ਉਹ ਨਹੀਂ ਹੈਗੀ, ਤੇ ਲਾਈ ਲੱਗ ਪਾਉਣਾ, ਜਵੜੀ ਪਾਉਣਾ ਸਭ ਤੋਂ ਵਧੀਆ। ਜਵੜੀ ਜਿਹੜਾ ਸਭ ਤੋਂ ਵੱਧ ਜਵੜੀਆਂ ਮਾਰਦਾ ਉਹ ਘੈਂਟ ਲੱਗਦਾ ਆਪਾਂ, ਜਿਹੜਾ ਸੱਚ ਬੋਲਦਾ, ਸਹੀ ਗੱਲ ਬੋਲਦਾ, ਉਹ ਕਹਿੰਦੇ ਇਹ ਤਾਂ ਐਂ ਮਰੀ ਜਾਂਦਾ। ਸੋ ਸਿੱਖ ਕੌਮ ਨੇ 1979 ਚ ਜਿਹੜਾ ਸਬਕ ਸਿੱਖਿਆ ਬਾਬਾ ਜਰਨੈਲ ਸਿੰਘ ਵੇਲੇ, ਉਹ 1985 ਚ ਵੀ ਬਾਬਾ ਜਰਨੈਲ ਸਿੰਘ ਵਾਲੀ ਧਿਰ ਨੇ ਰੱਖਿਆ ਕਿ ਆਪਾਂ ਇਲੈਕਸ਼ਨ ਨਹੀਂ ਲੜਦੇ, ਚੰਗੇ ਲੱਗਦੇ।
1999 ਚ ਵੀ ਉਹ ਰੱਖਿਆ। ਉਦੋਂ ਤਾਂ ਕਿਸੇ ਨੇ ਨਹੀਂ ਕਿਹਾ ਹੈਗਾ ਵੀ ਏਜੰਸੀਆਂ ਨਾਲ ਰਲੇ ਹੋਏ ਸੀ, ਕਿਉਂਕਿ ਉਦੋਂ ਫਿਰ ਆਪਣੇ ਮਾਨ ਨਾਲ ਹੀ ਜਿੱਤ ਗਏ ਸੀ ਨਾ। ਇਹ ਤਾਂ ਮਾਨ ਹੁਣੀ ਜਿੱਤ ਜਾਣ, ਅਮਰਿੰਦਰਪਾਲ ਹੁਣੀ ਜਿੱਤ ਜਾਣ, ਫਿਰ ਤਾਂ ਵਧੀਆ। ਤੇ ਜੇ ਬੇਅੰਤ ਸਿੰਘ ਦਾ ਰਾਜ ਬਣ ਗਿਆ ਉਦੋਂ, ਉਦੋਂ ਕਿਹਨੂੰ ਪਤਾ ਸੀਗਾ? ਉਦੋਂ ਸਾਰੇ ਇਹ ਸਮਝਦੇ ਰਹੇ ਆ 92 ਵਾਲੀ ਇਲੈਕਸ਼ਨ ਮੌਕੇ ਤੇ ਚਾਹੇ ਇਹ ਬਣ ਵੀ ਗਈ ਆ ਸਰਕਾਰ, ਇਹ ਚੱਲਣ ਨਹੀਂ ਦੇਣੀ ਇਹਨਾਂ ਨੇ। 7%, ਕੋਈ ਕਹਿੰਦਾ ਸੀ 5% ਵੋਟਾਂ ਨਾਲ ਬਣੀ ਆ, ਇਹ ਕਿਤੇ ਚੱਲਣੀ। ਇਹ ਵੀ ਗੱਲ ਪੱਕੀ ਆ, ਜੇ ਘੱਟ ਵੋਟਾਂ ਲੈ ਕੇ ਸਿੱਖ ਪੱਖੀ ਕੋਈ ਬਣੇ ਹੁੰਦੇ, ਉਹਨਾਂ ਨੂੰ ਸ਼ਾਇਦ ਨਾ ਹੀ ਚੱਲਣ ਦਿੰਦੇ। ਸੋ ਸਟੇਟ ਦੇ ਪਹਿਲਾਂ ਹੀ ਮਿਥਿਆ ਹੋਇਆ ਸੀ। ਖੈਰ, ਹੁਣ ਅੱਜ ਦੇ ਮਾਹੌਲ ਵਿੱਚ ਉਹ ਸਾਰੇ ਫੈਸਲਿਆਂ ਦੇ ਬਹਾਨੇ ਉਹਨਾਂ ਨੂੰ ਨਿੰਦਣਾ ਭੰਡਣਾ ਸੌਖਾ, ਕਿਉਂਕਿ ਉਹ ਅੱਜ ਦਾ ਜਵਾਬ ਦੇਣ ਜੋਗੇ ਹੈ ਨਹੀਂ। ਤੇ ਜਿਹੜੇ ਜਿਹੜੇ ਬੰਦਿਆਂ ਨੂੰ ਲੱਗਦਾ ਵੀ ਖਾੜਕੂ ਸਰਕਾਰ ਨਾਲ ਰਲੇ ਹੋਏ ਸੀ, ਖਾਲਿਸਤਾਨੀ ਸਾਰੇ ਬਕਾਊ ਸੀ, ਉਹਨਾਂ ਨੂੰ ਖੁੱਲੀਆਂ ਛੁੱਟੀਆਂ ਨੇ। ਹੁਣ ਤਾਂ ਸੁੱਖ ਨਾਲ ਸੋਸ਼ਲ ਮੀਡੀਆ ਆਇਆ ਹੋਇਆ ਵਾ, ਰੱਜ ਰੱਜ ਕੇ ਆਪਦੀ ਕੌਮ ਦੀਆਂ ਬੇੜੀਆਂ 'ਚ ਵੱਟੇ ਪਾਈਏ, ਰੱਜ ਰੱਜ ਕੇ ਆਪਦੇ ਯੋਧਿਆਂ ਨੂੰ ਭੰਡੀਏ, ਨਿੰਦੀਏ, ਤਾਂ ਕਿ ਦੁਨੀਆ ਭਰ ਦੇ ਲੋਕ ਦੇਖਣ ਵੀ ਤੁਹਾਨੂੰ ਕਿਹੜਾ ਬਚਾਲੂਗਾ, ਤੁਹਾਡਾ ਬਣੂਗਾ। ਆਪਦੀ ਕੌਮ ਦੇ ਯੋਧਿਆਂ ਨੂੰ, ਆਪਦੀ ਕੌਮ ਦੇ ਜਿਹੜੇ ਨਾਇਕ ਨੇ, ਉਹਨਾਂ ਨੂੰ ਤੁਸੀਂ ਖਲਨਾਇਕ ਮੰਨੀ ਬੈਠੇ। ਉਹ ਭਾਰਤੀ ਹਕੂਮਤੀ ਤੰਤਰ ਤੇ ਉਹਦੀ ਮੁੱਖ ਧਾਰਾ ਦੇ ਵਿੱਚ ਯਕੀਨ ਰੱਖਣ ਵਾਲਿਆਂ ਨੂੰ ਆਪਾਂ ਹੀਰੋ ਮੰਨੀ ਫਿਰਦੇ ਹਾਂ, ਜਿਹੜਾ ਸਾਡੀ ਹੋਂਦ ਹਸਤੀ ਮਟਾਉਣ ਨੂੰ ਤੁਰਿਆ ਫਿਰਦਾ। ਉਹਦੇ ਖਿਲਾਫ ਖੜੇ ਲੋਕ ਤਾਂ ਆਪਾਂ ਨੂੰ ਗਲਤ ਲੱਗਦੇ ਆ, ਤੇ ਇੰਡੀਅਨ ਸਟੇਟ ਦੇ ਹੱਕ 'ਚ ਖੜੇ ਬੰਦੇ ਵਧੀਆ। ਜਿਹੜਾ ਬੰਦਾ ਇਹ ਮੰਨੀ ਬੈਠਾ ਵੀ ਫਲਾਣੇ ਨੂੰ ਜੇ ਮੁੱਖ ਮੰਤਰੀ ਬਣਾਤਾ, ਸਭ ਤੋਂ ਵੱਡਾ ਗਪੌੜਾ ਹੈ। ਪਿੱਛੇ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਗੱਲ ਆਪ ਆਖੀ, ਜਿੱਦਣ ਉਹਨਾਂ ਨੂੰ ਪਠਾਨਕੋਟ ਬਾਰਡਰ ਤੋਂ ਜੰਮੂ ਕਸ਼ਮੀਰ ਵੱਲ ਜਾਣ ਨਹੀਂ ਨਾ ਦਿੱਤਾ, ਉਧਰ ਉਹਨਾਂ ਨੇ ਆਖੀ, ਕਹਿੰਦਾ ਜੇ ਮੈਂ ਪਾਕਿਸਤਾਨ ਜਾਣਾ ਹੋਵੇ ਤਾਂ ਜਾ ਸਕਦਾ, ਪਰ ਮੈਂ ਇਸੇ ਭਾਰਤ ਦੇ ਵਿੱਚ ਇਧਰਲੇ ਪਾਸੇ ਕਸ਼ਮੀਰ 'ਚ ਜਾ ਨਹੀਂ ਸਕਦਾ। ਕਾਹਦਾ ਐਂਟੀ? ਇਹੀ ਗੱਲ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਆਖੀ ਵੀ ਮੈਨੂੰ ਤਾਂ ਟਾਈਮ ਹੀ ਨਹੀਂ ਦਿੰਦੇ ਉੱਥੇ ਸਿੱਖੀ ਦੀ ਤੇ ਪੰਥ ਦੀ ਗੱਲ ਕਰਨ। ਸੋ ਜਿਨ੍ਹਾਂ ਜਿਨ੍ਹਾਂ ਨੂੰ ਬਹੁਤਾ ਬੁਖਾਰ ਚੜਿਆ ਹੋਇਆ ਝੂਠ ਝਾੜ ਬੋਲਣ ਦੀ, ਇਹਨਾਂ ਨੂੰ ਆਦਤ ਆ, ਉਹਨਾਂ ਨੂੰ ਕੋਈ ਮਨਾ ਨਹੀਂ ਸਕਦਾ। ਪਰ ਸੱਚੀ ਗੱਲ ਇਹੀ ਆ ਕਿ ਚਾਹੇ ਭਾਰਤ ਦਾ ਕੋਈ ਮੈਂਬਰ ਪਾਰਲੀਮੈਂਟ ਬਣ ਜਾਵੇ ਪੰਥਕ ਜਾਂ ਖਾਲਿਸਤਾਨੀ ਕਹਾਉਣ ਵਾਲਾ, ਚਾਹੇ ਬਣ ਜੇ ਮੁੱਖ ਮੰਤਰੀ, ਬਣਨਾ ਬੁਣਨਾ ਕੱਖ ਨਹੀਂ ਹੈਗਾ। ਇਹ ਸਿਸਟਮ ਦੇ ਵਿੱਚ ਅੰਦਰੋਂ ਵਿਦਨ ਸਿਸਟਮ ਸਿਰਫ ਉਹ ਕੁਝ ਕੀਤਾ ਜਾ ਸਕਦਾ ਜਿਹੜਾ ਕੁਝ ਬਾਦਲ ਹੋਣੀ ਕਰਦੇ ਆ। ਫਿਰ ਬਾਦਲ ਹੋਣੀ ਮਾੜੇ ਸੀ, ਇਹ ਤਾਂ ਸੁੱਖੇ ਹੋਣੀ ਆਪਣੀ ਜ਼ਿਆਦਾ ਰੇਲ ਬਣਾ ਸਕਦੇ ਆ। ਜੇ ਆਪਾਂ ਆਪਣੀ ਤਹਿ ਹੀ ਲਵਾਉਣੀ ਆ, ਫਿਰ ਆਪਣੇ ਤੋਂ ਜ਼ਰੂਰ ਲਵਾਉਣੀ ਆ। 1991 ਵਾਲੀ ਇਲੈਕਸ਼ਨ ਦੇ ਵਿੱਚ ਜਿਸ ਤਰੀਕੇ ਨਾਲ ਸਿੱਖ ਸੰਘਰਸ਼ ਪੱਖੀ ਪਰਿਵਾਰਾਂ ਦੇ ਵਿੱਚ ਇਹ ਬਾਂਦਰਾਂ 'ਚ ਜਿਵੇਂ ਭੇਲੀ ਸਿੱਟੀ ਦੀ ਆ, ਉਹ ਹਾਲ ਬਣ ਗਿਆ ਸੀ। ਹਰੇਕ ਹੀ ਕਹਿੰਦਾ ਸੀਗਾ ਜੀ ਅਸੀਂ ਮੈਨੂੰ ਬਣਾਓ MLA MP, ਕਿਉਂਕਿ ਹਰੇਕ ਨੂੰ ਲੱਗ ਗਿਆ ਵੀ 1999 'ਚ 89 ਦੇ ਵਿੱਚ 2 ਸਾਲ 1.5 ਸਾਲ ਪਹਿਲਾਂ ਮਾਨ ਹੋਣੀ, ਅਮਰਿੰਦਰਪਾਲ ਹੋਣੀ ਜਿੱਤੇ ਨੇ, ਆਪਾਂ ਵੀ ਜਿੱਤ ਸਕਦੇ ਹਾਂ, MLA ਬਣਾਂਗੇ। ਉਹ ਪਰਿਵਾਰ ਜਿਹੜੇ ਕਹਿੰਦੇ ਸੀਗੇ ਸਾਡਾ ਸਿੰਘ ਸ਼ਹੀਦ ਹੋਇਆ ਸੀ, ਕੌਮ ਤੋਂ ਕੁਰਬਾਨ ਕਰਦਾ ਆਪਦਾ ਪੁੱਤ, ਜਾਂ ਜਿਹੜੇ ਲੋਕ ਕਹਿੰਦੇ ਸੀ ਸਾਨੂੰ ਮਾਣ ਆ ਕਿ ਸਾਡਾ ਸਿੰਘ ਕੌਮ ਦੀਆਂ ਸੇਵਾ ਕਰ ਰਿਹਾ, ਉਹਨਾਂ ਨੂੰ ਇਹ ਲੱਗਦਾ ਸੀ MLA MP ਬਣੀ ਸੀ ਤੁਸੀਂ। ਭੁੱਲ ਹੀ ਗਏ ਕਿ ਸਾਡੇ ਪੁੱਤ ਕਾਹਦੇ ਲਈ ਹੋਏ ਆ। ਸਾਡੀ 1984 ਤੋਂ ਬਾਅਦ ਲੜਾਈ ਭਾਰਤ ਦੇ ਵਿੱਚ ਸੱਤਾ ਬਦਲਦੀ ਸੀ, ਮੁੱਖ ਮੰਤਰੀ ਬਦਲਦੀ ਸੀਗੀ ਵੀ ਅਸੀਂ ਆਪਦਾ ਮੁੱਖ ਮੰਤਰੀ ਲਾਉਣਾ। ਜਿਹੜੇ ਸਿੱਖ ਖਾਲਿਸਤਾਨ ਦੇ ਲਈ ਲੜੇ, ਉਹ ਖਾਲਿਸਤਾਨ ਲਈ ਹੀ ਲੜੇ ਸੀ। ਉਹ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਕੋਈ ਆਪਦੇ ਪਰਿਵਾਰ ਦਾ ਮੁੱਖ ਮੰਤਰੀ ਲਾਉਣ ਦੀ ਲੜਾਈ ਨਹੀਂ ਸੀ ਲੜਦੇ। ਇੱਕ ਵੀ ਬੰਦਾ ਇਹੋ ਜਿਹਾ ਨਹੀਂ ਹੈਗਾ 1984 ਤੋਂ ਬਾਅਦ ਜਿਹਨੇ ਇਸ ਕਰਕੇ ਹਥਿਆਰ ਚੱਕੇ ਹੋਣ ਕਿ ਆਪਾਂ ਸਿਮਰਨਜੀਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਉਣਾ। ਹਾਂ, ਇਹ ਗੱਲਾਂ ਆਪਦੀ ਥਾਂ ਤੇ ਆ ਕਿ ਬਹੁਤ ਸਾਰੇ ਰਾਹ ਹੁੰਦੇ ਆ ਲੜਾਈ ਲੜਨ ਦੇ। ਜਿਹੜੇ ਲੋਕ ਇਲੈਕਟ੍ਰੋਨਿਕ ਪੋਲਿਟਿਕਸ ਦੇ ਰਾਹੀਂ ਲੜਨਾ ਚਾਹੁੰਦੇ ਸੀ, ਉਹਨਾਂ ਲਈ ਜਿਹੜਾ ਸੀਗਾ ਸਪੇਸ 1999 'ਚ ਛੱਡੀ ਗਈ, ਉਹਨਾਂ ਨੂੰ ਮੌਕਾ ਦਿੱਤਾ ਗਿਆ। ਪਰ 1999 ਦੇ ਵਿੱਚ ਉਹ ਜਦੋਂ ਜਿੱਤਦੇ ਆ, 1990 ਦਾ ਸਾਰਾ ਸਾਲ ਅੱਜ ਵੀ ਜਦੋਂ ਮਰਜ਼ੀ ਕੋਈ ਬਹਿ ਜਾਵੇ, ਅਖਬਾਰਾਂ ਫਰੋਲ ਲਵੇ, ਉਸ ਟਾਈਮ ਦੀ ਹਿਸਟਰੀ ਅਖਬਾਰਾਂ 'ਚ ਸਾਰੀ ਛਪੀ ਹੋਈ ਹੈ, ਕਿਸੇ ਸਿਆਣੇ ਬੰਦੇ ਨੂੰ ਮਿਲ ਕੇ ਪੁੱਛ ਲਵੇ ਕਿ ਉਹਨਾਂ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਸੀ ਜਿਹੜੇ, ਉਹਨਾਂ ਦਾ 1991 ਦੀਆਂ ਇਲੈਕਸ਼ਨਾਂ ਮੌਕੇ ਜਦੋਂ ਫੈਸਲਾ ਕਰਨਾ ਸੀ, ਉਦੋਂ ਤੱਕ ਕਿਹੋ ਜਿਹਾ ਹਾਲ ਚਾਲ ਸੀ। ਕੋਈ ਲੱਗਦਾ ਸੀ ਵੀ ਖਾਲਿਸਤਾਨ ਦੀ ਲਹਿਰ ਨੂੰ ਕੋਈ ਬਲ ਮਿਲਿਆ ਇਹਨਾਂ ਦੇ ਨਾਲ? ਇਹਨਾਂ ਨਾਲੋਂ ਤਾਂ ਜਿਹੜਾ ਹਰਭਜਨ ਲਾਖਾ ਇਹ ਚੰਗਾ ਰਿਹਾ ਕਿਤੇ। ਹਰਭਜਨ ਲਾਖਾ ਬਹੁਜਨ ਸਮਾਜ ਪਾਰਟੀ ਵੱਲੋਂ ਉਦੋਂ ਜੇਤੂ ਹੋ ਕੇ MP ਬਣਿਆ ਸੀ। ਉਹਨਾਂ ਦਿਨਾਂ ਦੇ ਵਿੱਚ ਭਾਈ ਜੁਗਰਾਜ ਸਿੰਘ ਉਰਫ ਤੂਫਾਨ ਸਿੰਘ ਖਾਲਸਾ ਅਪ੍ਰੈਲ 1990 'ਚ ਸ਼ਹੀਦ ਹੋਏ ਆ। ਉਹਨਾਂ ਨੇ ਉੱਥੇ ਪਾਰਲੀਮੈਂਟ 'ਚ ਉਹਦੇ ਹੱਕ 'ਚ ਬੋਲਦਿਆਂ ਹੋਇਆ ਕਿਹਾ ਸੀ ਬਈ ਇਹਨਾਂ ਦੇ ਭੋਗਾਂ ਉੱਤੇ ਜਾਣ ਤੋਂ ਰੋਕਦੇ ਆ,
ਲੱਖਾਂ ਦੀ ਗਿਣਤੀ 'ਚ ਆਰਮੀ ਫੌਜ ਪੁਲਿਸ ਲਾਉਂਦੇ ਆ, ਫਿਰ ਵੀ 5-5 ਲੱਖ ਸਿੱਖ ਉੱਥੇ ਪਹੁੰਚਦਾ। ਇਹ ਫਿਰ ਕੌਮ ਦੇ ਜਾਂ ਪੰਜਾਬ ਦੇ ਅਸਲੀ ਜਿਹੜੇ ਨੁਮਾਇੰਦੇ ਤਾਂ ਲੋਕਾਂ ਦੇ ਇਹ ਹੋਏ ਜਿਨ੍ਹਾਂ ਦੇ ਭੋਗਾਂ ਤੇ ਲੋਕ ਗੋਲੀਆਂ ਦੀ ਪ੍ਰਵਾਹ ਨਹੀਂ ਕਰਦੇ, ਫਿਰ ਵੀ ਜਾਂਦੇ। ਅਸੀਂ ਕਾਹਦੇ ਨੁਮਾਇੰਦੇ ਹੋਏ? ਸੋ ਖਾੜਕੂ ਹੀ ਪੰਜਾਬ ਦੇ ਜਾਂ ਸਿੱਖਾਂ ਦੇ ਅਸਲ ਵਾਰਸ ਨੇ, ਪੰਜਾਬ ਦੇ ਅਸਲ ਨੁਮਾਇੰਦੇ ਆ। ਇਹ ਗੱਲ ਤਾਂ ਹਰਭਜਨ ਸਿੰਘ ਲਾਖੇ ਵਰਗੇ ਉਹਨਾਂ ਦਿਨਾਂ 'ਚ ਕਹਿੰਦੇ ਸੀ। ਔਰ ਇਹ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਸੀ, ਸਾਡੇ ਤੋਂ ਨਹੀਂ ਕਿਸੇ ਤੋਂ ਸਰਿਆ। ਸਾਡੇ ਬੰਦਿਆਂ ਨੂੰ ਤਾਂ ਐਂ ਲੱਗਦਾ ਸੀ ਵੀ ਖਾੜਕੂ ਸਾਡੇ ਦੁਸ਼ਮਣ ਨੇ, ਸਾਨੂੰ ਸੱਤਾ ਨਹੀਂ ਆਉਣ ਦਿੰਦੇ, ਨਜ਼ਾਰੇ ਲੈਣੇ ਚਾਹੀਦੇ ਆ ਸਾਨੂੰ। ਜਿਨ੍ਹਾਂ ਦਿਨਾਂ ਦੇ ਵਿੱਚ ਖਾੜਕੂ ਸੰਘਰਸ਼ ਪੂਰਾ ਪੀਕ ਤੇ ਗਿਆ ਹੋਇਆ ਸੀ, ਉਹਨਾਂ ਦਿਨਾਂ ਦੇ ਵਿੱਚ ਇਲੈਕਸ਼ਨਾਂ ਦਾ ਸਾਡੇ 'ਚ ਬੰਬ ਆ ਕੇ ਇਉਂ ਡਿੱਗਿਆ ਕਿ ਅਸੀਂ ਸਾਡੀ ਕੌਮ ਖੱਖੜੀਆਂ ਕਰੇਲੇ ਕਰਾ ਦਿੱਤੀ। ਅੱਜ ਤੱਕਰ ਉਹ ਸਾਡੇ ਗਲੋਂ ਗਲਾਵਾਂ ਨਹੀਂ ਲੱਥਦਾ। ਹੁਣ ਉਹ ਬੰਦੇ ਜਿਹੜੇ ਇਸ ਗੱਲ ਦੀ ਪੈਰਵਾਈ ਜਿਹਨਾਂ ਨੇ ਕਰਨੀ ਸੀ ਕਿ ਬਾਈਕਾਟ ਕਿਉਂ ਜ਼ਰੂਰੀ ਸੀ, ਉਹ ਹੁਣ ਹੈ ਨਹੀਂ। ਦੂਜੀ ਧਿਰ ਨੂੰ ਮੌਜਾਂ ਲੱਗੀਆਂ ਹੋਈਆਂ ਨੇ। ਪਰ ਜੇ ਕਿਤੇ ਕੋਈ ਸੁਹਿਰਦ ਦਿਮਾਗ ਵਾਲਾ ਹੋਵੇ ਤਾਂ ਉਹ ਬੈਠ ਕੇ ਅੱਜ ਵੀ ਇਹ ਗੱਲ ਸੋਚ ਸਕਦਾ ਕਿ ਜੇਕਰ ਬਾਈਕਾਟ ਕੀਤਾ ਤਾਂ ਕਿਉਂ ਕੀਤਾ, ਤੇ ਜੇ ਬਾਈਕਾਟ ਨਾ ਕਰਦੇ ਫੇਰ ਕੀ ਹੁੰਦਾ। ਫੇਰ ਕੋਈ ਇਹੋ ਜਿਹਾ ਪੱਗ ਵਾਲਾ ਸਰਦਾਰ ਪੰਥਕ ਖਾਲਿਸਤਾਨੀ ਬੰਦਾ ਸ਼ਾਇਦ ਮੁੱਖ ਮੰਤਰੀ ਬਣ ਜਾਂਦਾ, ਜਿਹਦੇ ਹੁੰਦਿਆਂ KPS ਗਿੱਲ ਵਾਂਗੂ ਹੀ, ਜਿਵੇਂ ਪਹਿਲਾਂ ਉਹਨਾਂ ਨੂੰ ਤਾਂ ਕੋਈ ਪੰਜਾਬ 'ਚ ਚੁਣੀ ਹੋਈ ਸਰਕਾਰ ਚਾਹੀਦੀ ਸੀ, ਜਿਹਦੇ ਹੁੰਦਿਆਂ ਉਹ ਸਿੱਖਾਂ ਦਾ ਕਤਲੇਆਮ ਕਰ ਸਕਦੇ। ਤੇ ਫੇਰ ਪਿੰਡੇ ਨੂੰ ਬੰਬ ਬੰਨ ਕੇ ਭਾਈ ਦਿਲਾਵਰ ਸਿੰਘ ਵਰਗੇ ਨੂੰ ਕੋਈ ਆਪਣੇ ਵਿੱਚੋਂ ਹੋਣਾ ਸੀ ਜਿਹਨੂੰ ਉਡਾਉਣਾ ਪੈਣਾ ਸੀ। ਹੁਣ ਬੇਅੰਤ ਸਿੰਘ ਮਾਰਨਾ ਪੈ ਗਿਆ। ਸਟੇਟ ਨੇ ਤਾਂ ਆਪਦੀ ਨੀਤੀ ਛੱਡਣੀ, ਅੱਜ ਕਿਹੜਾ ਛੱਡਤੀ, ਹੁਣ ਛੱਡਤੀ। ਬਾਦਲ ਦੇ ਹੁੰਦਿਆਂ ਸਾਡੇ ਕਿੰਨੇ ਬੰਦੇ ਮਾਰੇ ਗਏ ਆ। ਫੋਟੋਆਂ ਜਿਹੀਆਂ ਅੱਡੀ ਪਈਆਂ ਹੁੰਦੀਆਂ ਨੇਗੀਆਂ, ਜਿਹੜੇ ਬਰਗਾੜੀ ਬਹਿਬਲ ਕਾਂਡ ਵਾਲੇ ਨੇ, ਜਾਂ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਹੈ, ਜਾਂ ਸਾਡੇ ਇੱਕ ਉਹ ਸੀਗਾ ਮੁੰਡਾ ਸਾਡੇ ਭਾਈ ਦਰਸ਼ਨ ਸਿੰਘ, ਮੇਰੇ ਸਾਹਮਣੇ ਸ਼ਹੀਦ ਹੋਇਆ ਉੱਥੇ ਲੋਹਾਰਾ ਲੁਧਿਆਣੇ। ਸੋ ਸਟੇਟ ਦੀ ਨੀਤੀ ਤਾਂ ਉਹੀ ਆ, ਚਾਹੇ ਉਹ ਬਾਦਲ ਦਾ ਰਾਜ ਆ, ਚਾਹੇ ਉਹ ਬੇਅੰਤ ਸਿੰਘ ਦਾ ਰਾਜ ਆ, ਚਾਹੇ ਉਹ ਕਿਸੇ ਹੋਰ ਦਾ ਹੋਵੇ। ਗਾਂ ਵੀ ਆ ਹੁਣ ਭਗਵੰਤ ਮਾਨ ਕਮੇਡੀਅਨ ਜਾਂ ਬੰਦਾ, ਆ ਹਜੇ ਸਾਲ 2 ਸਾਲ ਪਹਿਲਾਂ ਮੈਂ ਨਿਆਣਿਆਂ ਨੂੰ ਕਈ ਵਾਰੀ ਉਹਦੀਆਂ ਇਹ ਤੇ YouTube ਤੇ ਵੀਡੀਓ ਲਾ ਕੇ ਦਿਖਾਇਆ ਕਰਨੀਆਂ ਵੀ ਆਹ ਇੱਕ ਜੁਗ ਨੂੰ ਹਾਜ਼ਰ ਹੈ। ਅੱਜ ਉਹ ਜੁਗ ਨੂੰ ਹਾਜ਼ਰ ਹੈ ਜਿਹੜਾ ਹੈ, ਉਹ ਕਿੱਡੀਆਂ ਕਿੱਡੀਆਂ ਫੜਫੂਲੀਆਂ ਮਾਰਦਾ ਕਿ ਜੀ ਅਮਰਤਪਾਲ ਸਿੰਘ ਉਹਨਾਂ ਨੇ ਤਾਂ ਇੱਥੇ ਹਨੇਰੀ ਲਿਆਤੀ ਸੀ, ਬਸ ਬਚ ਗਏ ਆਪਾਂ, ਨਹੀਂ ਤਾਂ ਮਾਰੇ ਗਏ ਸੀ। ਤੇ ਉਹ ਜੋ ਝੂਠ ਤੂਫਾਨ ਉਹ ਬੋਲਦਾ, ਉਹੀ ਝੂਠ ਤੂਫਾਨ ਬਾਦਲ ਬੋਲਦਾ ਰਿਹਾ ਵੀ ਪੰਜਾਬ 'ਚ ਅਸੀਂ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਾਂਗੇ। ਤਾਂ ਸਿੱਖੀ ਦੀ ਗੱਲ ਕਰਨ ਵਾਲਾ ਤਾਂ ਕੋਈ ਨਹੀਂ ਬਖਸ਼ਦਾ ਭਾਈ। ਸੋ ਭਾਈ ਪਰਮਜੀਤ ਸਿੰਘ ਪੰਜਵੜ ਕੌਮ ਦੇ ਲੇਖੇ ਲੱਗ ਚੁੱਕੇ ਨੇ ਜੀ, ਪੰਥ ਦੇ ਸ਼ਹੀਦ ਨੇ। ਸੱਚੇ ਪਾਤਸ਼ਾਹ ਇਹੋ ਜਿਹੇ ਯੋਧਿਆਂ ਨੂੰ ਕੌਮ ਦੀ ਸੇਵਾ ਹਿੱਤ ਭੇਜਦਾ ਰਵੇ, ਤੇ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਭੰਡੀ ਪ੍ਰਚਾਰ ਕਰਨਾ, ਉਹਨਾਂ ਨੂੰ ਹੁਣ ਹੋਰ ਵੀ ਜ਼ਿਆਦਾ ਖੁੱਲੀ ਛੁੱਟੀ ਆ। ਪਹਿਲਾਂ ਤਾਂ ਮਾੜਾ ਮੋਟਾ ਜਾਕ ਹੁੰਦੀ ਆ, ਹੁਣ ਤਾਂ ਬੰਦਾ ਹੈ ਨਹੀਂਗਾ। ਵੈਸੇ ਕਸਰ ਤਾਂ ਉਹਨਾਂ ਨੇ ਪਹਿਲਾਂ ਵੀ ਨਹੀਂ ਛੱਡੀ, ਹੁਣ ਪਿਛਲੇ 3 ਦਿਨ ਤੋਂ ਸੋਸ਼ਲ ਮੀਡੀਆ ਉੱਤੇ ਫਿਰ ਕੰਜਰਕੜੀ ਵਾਲੀ ਜਾਂਦੇ ਆ। ਉਹਨਾਂ ਨੂੰ ਇਹਨਾਂ ਨੂੰ ਇਹ ਨਹੀਂ ਦਿਖਦਾ ਹੈਗਾ ਵੀ ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਸੁਧੀਰ ਸੂਰੀ ਹੈ, ਉਹਦਾ ਨਵੰਬਰ ਮਹੀਨੇ ਦੇ ਵਿੱਚ ਕੰਮ ਹੋਇਆ। ਉਦੋਂ ਬਾਅਦ ਉਹਦਾ ਭਰਾ ਉਸੇ ਰਾਹ ਤੇ ਤੁਰ ਪਿਆ, ਨਾਲੇ ਉਹਦਾ ਮੁੰਡਾ। ਪਰਸੋਂ ਚੌਥੇ ਰੌਲਾ ਪਾਤਾ ਆਥਣੇ ਜਿਹੇ, ਉੱਥੇ ਕੈਨਮਨ ਜੀ ਹੁੰਦੀ ਇੱਥੇ ਅੰਮ੍ਰਿਤਸਰ 'ਚ, ਕਹਿੰਦਾ ਜੀ ਮੈਨੂੰ ਅੱਤਵਾਦੀ ਮਾਰਨ ਆ ਗਏ, ਮੈਨੂੰ ਅੱਤਵਾਦੀ ਮਾਰਨ ਆ ਗਏ। ਬੜਾ ਰੌਲਾ ਪਾਇਆ। ਪੁਲਿਸ ਵਾਲੇ ਗਏ, ਉਹਨਾਂ ਨੇ ਦੇਖਿਆ ਵੀ ਕੋਈ ਹੈ ਤਾਂ ਹੈ ਨਹੀਂ। ਉਹਨਾਂ ਨੂੰ ਨਾਲ ਲਿਜਾ ਕੇ ਐਵੇਂ ਹੀ ਉੱਥੇ ਰੇਲ ਦੀ ਲਾਈਨ ਆ ਉਹਦੇ ਘਰ ਦੇ ਕੋਲ ਦੀ ਲੰਘਦੀ, ਝਾੜੀਆਂ ਵੱਲ ਨੂੰ ਫੈਰ ਫੂਰ ਕੱਢਣ ਲੱਗਿਆ। ਉਹ ਫੈਰ ਉਹਦਾ ਵਿੱਚ ਹੀ ਫਸ ਗਿਆ ਪਿਸਤੌਲ ਦੇ, ਗੋਲੀ ਚੱਲੀ ਨਹੀਂ, ਇੱਕ ਚੱਲ ਗਈ ਪਤਾ ਨਹੀਂ, ਇੱਕ ਵਿੱਚ ਫਸ ਗਈ। ਪੁਲਿਸ ਵਾਲਿਆਂ ਦੇ ਉੱਤੇ ਵੀਡੀਓ ਕੈਮਰਿਆਂ ਦੇ ਮੂਹਰੇ ਚੜੀ ਜਾਵੇ। ਅਖੀਰ ਹੁਣ ਪੁਲਿਸ ਨੇ ਫੜ ਕੇ ਉੱਤੇ ਪਰਚਾ ਦਰਜ ਕੀਤਾ ਵੀ ਇਹ ਝੂਠ ਬੋਲਦਾ, ਕੋਈ ਨਹੀਂ ਇੱਥੇ ਆਇਆ ਬੰਦਾ, ਨਾ ਇਹ ਐਵੇਂ ਨਜਾਇਜ਼ ਫੈਰ ਕੱਢਦਾ ਫਿਰ। ਤੋ ਸੁਧੀਰ ਸੂਰੀ ਵਰਗੇ ਬੰਦੇ ਜਿਹੜੇ ਸਿੱਖ ਨੌਜਵਾਨਾਂ ਦੇ ਕਤਲੇਆਮ ਲਈ ਮਾਹੌਲ ਬਣਾਉਂਦੇ ਆ, ਇਸ ਤਰੀਕੇ ਨਾਲ ਬਾਹਰਲੇ ਲੋਕ ਆ ਜਿਹੜੇ ਉਹ ਸਮਝਦੇ ਆ ਕਿ ਪੰਜਾਬ ਦੇ ਵਿੱਚ ਦੇਖੋ ਪਹਿਲਾਂ ਇਹਨਾਂ ਨੇ ਸੂਰੀ ਮਾਰਤਾ, ਉਹਦਾ ਚਲੋ ਆਪਾਂ ਬਰਦਾਸ਼ਤ ਕਰ ਲਿਆ, ਵੀ ਹੁਣ ਉਹਦੇ ਭਰਾ ਨੂੰ ਮਾਰਨ ਨੂੰ ਫਿਰਦੇ ਆ ਜੀ। ਇਸ ਤਰੀਕੇ ਦਾ ਇਹ ਮਾਹੌਲ ਸਿਰਜਣ ਨੂੰ ਫਿਰਦੇ। ਇਵੇਂ ਦਾ ਮਾਹੌਲ ਸਿਰਜਿਆ ਪਹਿਲਾਂ ਆਹ ਤਿਰੰਗੇ ਵਾਲੇ ਮੌਕੇ, ਜਦੋਂ ਮੂੰਹ ਤੇ ਉਹ ਕੁੜੀ ਲਾ ਕੇ ਆ ਗਈ ਹਰਿਆਣੇ ਦੀ, ਮੈਂ ਤਾਂ ਅੰਦਰ ਜਾਣਾ, ਗੱਲ ਨਹੀਂ ਬਾਤ ਨਹੀਂ। ਉਹਨੂੰ ਕਿਹਾ ਤਾਂ ਇਹ ਸੀ ਵੀ ਸਕਰਟ ਨਹੀਂ ਪਾ ਕੇ ਅੰਦਰ ਜਾਣੀ, ਰੂਟੀਨ 'ਚ ਕਹਿ ਬੈਠਿਆ। ਤੇ ਮੁੜ ਕੇ ਉਹਦੇ ਬਹਾਨੇ ਜੋ 4 ਦਿਨ ਸੋਸ਼ਲ ਮੀਡੀਆ ਤੇ ਸਾਰੇ ਇੰਡੀਆ ਨੇ ਸਿੱਖਾਂ ਨੂੰ ਤੇ ਸਿੱਖੀ ਨੂੰ ਟਾਰਗੇਟ ਕੀਤਾ, ਉਹ ਸਾਰਿਆਂ ਦੇ ਸਾਹਮਣੇ ਹੈ। ਸਿੱਖਾਂ ਨੂੰ ਅੱਤਵਾਦੀ, ਸਿੱਖਾਂ ਨੂੰ ਦਹਿਸ਼ਤਗਰਦ, ਟੈਰੋਰਿਸਟ ਗਰਦਾਨਣ ਦੀ ਸਾਰੇ ਭਾਰਤ ਵਿੱਚ ਜੋ ਲਹਿਰ ਚੱਲੀ, ਉਹ ਸਾਰਿਆਂ ਦੇ ਸਾਹਮਣੇ।
ਹੁਣ ਕੱਲ ਇੱਥੇ ਰੌਲਾ ਪਿਆ ਬਈ ਦਰਬਾਰ ਸਾਹਿਬ ਦੇ ਵਿੱਚ ਕੋਲੇ ਇੱਕ ਨਾ ਉੱਥੇ ਸਾਰਾਗੜ੍ਹੀ ਗੁਰਦੁਆਰਾ, ਉਹਦੇ ਮੂਹਰੇ ਸਰਾਂ ਬਣਾਈ ਆ, ਉਹਨੂੰ ਸਾਰਾਗੜ੍ਹੀ ਪਾਰਕਿੰਗ ਕਹਿ ਦਿੰਦੇ ਆ। ਕਾਰਾਂ ਇਕੱਠੀਆਂ ਅੱਗੇ ਪਹਿਲੋਂ ਜ਼ਿਆਦਾ ਔਖਾ ਹੋ ਜਾਂਦਾ ਸੀ, ਹੁਣ ਉਹਦੇ ਪਾਰਕਿੰਗ ਬਣਾਈ। ਉਹਦੇ ਵਿੱਚ ਸਾਰਾਗੜ੍ਹੀ ਪਾਰਕਿੰਗ 'ਚ ਇੱਕ ਦੇਸੀ ਜਿਹਾ ਪਟਾਕਾ ਜਿਹਾ ਚੱਲਿਆ, ਜਿਵੇਂ ਉਹ ਆਪਦੇ ਵੱਲੋਂ ਤਾਂ ਇਹ ਕਹਿੰਦਾ ਜੀ ਬੰਬ ਚੱਲਿਆ, ਉਹ ਬੰਬੀ ਜੀ ਸੀ। ਉਹ ਚਲੋ ਇਗਨੋਰ ਕਰਤੀ, ਪਰ ਚਰਚਾ 'ਚ ਉਹਦੀ ਆਈ ਗੱਲ, ਕਿਉਂਕਿ ਦਰਬਾਰ ਸਾਹਿਬ ਜਾਂ ਅੰਮ੍ਰਿਤਸਰ ਸ਼ਹਿਰ ਦਾ ਜਦੋਂ ਨਾਂ ਆਉਂਦਾ, ਹਰੇਕ ਦੁਨੀਆ ਭਰ ਦੇ ਵਿੱਚ ਬੰਦੇ ਨੂੰ ਇੱਕਦਮ ਅੱਖਾਂ 'ਚ ਇੱਕ ਆਉਂਦਾ ਵੀ ਦਿਲ ਦਿਮਾਗ 'ਚ ਆਉਂਦਾ ਦਰਬਾਰ ਸਾਹਿਬ, ਵੀ ਅੰਮ੍ਰਿਤਸਰ ਦਾ ਮਤਲਬ ਦਰਬਾਰ ਸਾਹਿਬ। ਉਹ ਦਰਬਾਰ ਸਾਹਿਬ ਦੇ ਨੇੜੇ ਸਾਰਾਗੜ੍ਹੀ ਪਾਰਕਿੰਗ 'ਚ ਜਦੋਂ ਇਹ ਧਮਾਕਾ ਜਿਹਾ ਹੋਇਆ, ਇਹਦੀ ਚਰਚਾ ਬੜੀ ਹੋਈ ਵੀ ਕਿਵੇਂ ਹੋਇਆ, ਕਾਹਤੋਂ ਹੋਇਆ। ਉਹਦਾ ਹਜੇ ਜਵਾਬ ਪੰਜਾਬ ਦੀ ਪੁਲਿਸ ਕੋਈ ਦੇ ਨਹੀਂ ਸੀ ਸਕੀ। ਅੱਜ ਫੇਰ ਉਹੀ ਕੰਮ ਹੋਇਆ ਸਵੇਰੋਂ ਸਾਜਰੇ। ਅੱਜ ਡੀਜੀਪੀ ਵੀ ਇੱਥੇ ਪਧਾਰਿਆ, ਗੱਲ ਕੋਈ ਫੇਰ ਨਹੀਂ ਨਿਕਲੀ, ਪਰ ਕਹਿੰਦੇ ਆ ਵੀ ਹਾਂ ਜੀ ਇੱਥੇ ਹੋਇਆ ਜਾਊਗਾ ਕੁਛ। ਹੁਣ ਗੱਲ ਇੱਕ ਇਹ ਹੋ ਸਕਦੀ ਆ ਵੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਅਗਾਂਹ ਛੁੱਟੀਆਂ ਹੋਣੀਆਂ, ਜੂਨ ਮਹੀਨੇ 'ਚ ਛੁੱਟੀਆਂ ਹੋ ਜਾਂਦੀਆਂ, ਦੁਨੀਆ ਭਰ ਦੇ ਵਿੱਚੋਂ ਸਿੱਖ ਪਰਿਵਾਰ ਜਾਂ ਹੋਰ ਲੋਕ ਵੀ ਇੱਥੇ ਆਉਂਦੇ ਆ, ਤੇ ਉਹਨਾਂ ਦਿਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੇ ਦੁਨੀਆ ਦਰਸ਼ਕ ਸ਼ਰਧਾਲੂ ਆਉਂਦੇ। ਤੋ ਜਿਹੜੇ ਖੁਣਸ ਵਾਲੇ ਲੋਕ ਨੇ, ਜਿਨ੍ਹਾਂ ਦੇ ਅੰਦਰ 5 ਸਦੀਆਂ ਦਾ ਵੈਰ ਆ, ਉਹਨਾਂ ਨੂੰ ਤਕਲੀਫ ਤਾਂ ਇਸ ਗੱਲ ਦੀ ਹੈਗੀ ਹੋਈ ਹੈ। ਤੇ ਹੁਣ ਤਾਂ ਹੋਰ ਵੀ ਵਧੀ ਹੋਈ ਆ ਜਦੋਂ ਇੱਥੇ ਇਹ ਕਿਹਾ ਵੀ ਇਹ ਅੰਮ੍ਰਿਤਸਰ ਵਾ, ਇੰਡੀਆ ਨਹੀਂ। ਬੜੀ ਤਕਲੀਫ ਉਹਨਾਂ ਨੂੰ। ਸੋ ਆਮ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਭਰਨਾ ਕਿ ਅੰਮ੍ਰਿਤਸਰ ਦੇ ਵਿੱਚ ਨਾ ਜਾਇਓ, ਉੱਥੇ ਪਾਰਕਿੰਗ ਦੇ ਵਿੱਚ ਪਤਾ ਨਹੀਂ ਕਦੋਂ ਬੰਬ ਚੱਲ ਜਾਣਾ, ਅੱਜ ਪਾਰਕਿੰਗ 'ਚ ਰੱਖਿਆ, ਕੱਲ ਨੂੰ ਕਿਤੇ ਹੋਰ ਵੀ ਚੱਲ ਸਕਦਾ। ਇਹ ਤਾਂ ਜੀ ਬੜੇ ਮਾੜੇ ਨੇ ਸਿੱਖ, ਇਹ ਤਾਂ ਅੱਤਵਾਦੀ ਨੇ, ਆਪ ਹੀ ਪਤਾ ਨਹੀਂ ਰੱਖੀ ਜਾਂਦੇ ਆ। ਸੋ ਇਸ ਤਰੀਕੇ ਦਾ ਮਾਹੌਲ ਸਿਰਜਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਦੁਸ਼ਮਣ। ਇੰਡੀਅਨ ਸਟੇਟ ਨੇ ਕਿਸੇ ਨੂੰ ਨਹੀਂ ਬਖਸ਼ਣਾ। ਜਿਹੜੇ ਆਪਦੇ ਆਪ ਨੂੰ ਬਹੁਤੇ ਸਿਆਣੇ ਸਮਝਦੇ ਆ, ਹਮੇਸ਼ਾ ਖਾਲਿਸਤਾਨ ਨੂੰ, ਖਾੜਕੂ ਲਹਿਰ ਨੂੰ ਨਿੰਦਦੇ ਆ, ਭੰਡਦੇ ਆ, ਬਖਸ਼ਣਾ ਇਹਨਾਂ ਨੂੰ ਵੀ ਨਹੀਂ। ਜੇ ਕਿਸੇ ਨੂੰ ਵਹਿਮ ਆ ਤਾਂ ਜੂਨ 1984 ਦੇ ਵੇਰਵੇ ਪੜ੍ਹ ਲਵੇ, ਉੱਥੇ ਜਿਹੜੇ ਬਹੁਤਾ ਜ਼ਿਆਦਾ ਕਾਂਗਰਸ ਦਾ ਝੰਡਾ ਚੱਕ ਕੇ ਮੂਹਰੇ ਤੁਰੇ ਫਿਰਦੇ ਸੀ, ਸਭ ਤੋਂ ਪਹਿਲਾਂ ਗਲ 'ਚ ਟਾਇਰ ਉਹਨਾਂ ਦੇ ਹੀ ਪਿਆ। ਸੋ ਜਿਹੜਾ ਸੁਧੀਰ ਸੂਰੀ ਦੇ ਭਰਾ ਨੇ ਡਰਾਮਾ ਕੀਤਾ, ਜਿਹੜਾ ਇੱਥੇ ਆ 2 ਬੰਬ ਧਮਾਕੇ ਜੇ ਹੋਏ ਨੇ, ਇਹ ਸਾਰਾ ਕੁਝ ਇੱਕ ਸਾਈਕੀ 'ਚੋਂ ਆਉਂਦਾ, ਇੱਕ ਮਨੋ ਅਵਸਥਾ 'ਚੋਂ ਆਉਂਦਾ ਕਿ ਸਿੱਖੀ ਨੂੰ, ਪੰਥ ਨੂੰ, ਪੰਜਾਬ ਨੂੰ ਕਿਵੇਂ ਸ਼ੱਕ ਦੇ ਘੇਰੇ 'ਚ ਲਿਆਉਣਾ, ਕਿਵੇਂ ਟੈਰੋਰਿਸਟ ਜਾਂ ਦਹਿਸ਼ਤਗਰਦੀ ਦੇ ਨਾਲ ਜੋੜਨਾ। ਇਸ ਸੋਚ ਵਾਲੇ ਲੋਕਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਹਮਾਇਤ ਕਰਨ ਵਾਲੇ ਕਿੱਡੇ ਕੁ ਪੰਥ ਪ੍ਰਸਤ ਹੋ ਸਕਦੇ ਆ। ਜਿਹੜੇ ਸਿੱਖ ਇਸ ਇੰਡੀਅਨ ਸਟੇਟ ਸਿਸਟਮ ਦੇ ਨਾਲ ਲੜ ਰਹੇ ਨੇ, ਉਹਨਾਂ ਨੂੰ ਬਦਨਾਮ ਕਰਨਾ, ਉਹਨਾਂ ਨੂੰ ਨਿੰਦਣਾ ਭੰਡਣਾ, ਉਹਨਾਂ ਦੇ ਖਿਲਾਫ ਮਾਹੌਲ ਸਿਰਜਣਾ ਕਿ ਜਦੋਂ ਕੋਈ ਮਾਰੇ ਤਾਂ ਲੋਕ ਕਹਿਣਗੇ ਚੰਗਾ ਹੋਇਆ, ਇਹ ਕੋਈ ਬੰਦਿਆਂ ਵਾਲੀ ਗੱਲ ਤਾਂ ਹੋ ਨਹੀਂ ਸਕਦੀ। ਹੁਣ 1984 ਮੌਕੇ ਆਪਣੇ ਬਹੁਤ ਸਾਰੇ ਗੁਰਧਾਮ, ਘੱਟੋ ਘੱਟ ਭਾਰਤ ਵਿੱਚ 500 ਇਹੋ ਜਿਹਾ ਗੁਰਦੁਆਰਾ, ਜਿਹਦੇ ਵਿੱਚੋਂ 100 ਇਤਿਹਾਸਕ ਆ, ਜਿਨ੍ਹਾਂ ਦੇ ਉੱਤੇ ਇੰਡੀਅਨ ਸਟੇਟ ਨੇ ਹਿੰਦੂਤਵਾ ਦਾ ਕਬਜ਼ਾ ਕਰਾਇਆ ਹੋਇਆ। ਮਟਨ ਵਾਲਾ ਗੁਰਦੁਆਰਾ, ਡਾਂਗਮਾਰ ਸਾਹਿਬ ਗੁਰਦੁਆਰਾ ਸਿੱਕਮ 'ਚ, ਅਰੁਣਾਚਲ ਪ੍ਰਦੇਸ਼ 'ਚ ਰੌਲਾ ਪਿਆ ਹੋਇਆ, ਜਗਨਨਾਥਪੁਰੀ ਵਾਲਾ ਗੁਰਦੁਆਰਾ, ਗੋਇੰਦਵਾਲ ਜਿਹੜਾ ਆਪਣਾ ਮਾਫ ਕਰਨਾ ਗਵਾਲੀਅਰ ਦੇ ਕਿਲੇ ਵਾਲਾ ਗੁਰਦੁਆਰਾ, ਤੇ ਹਰਕੀ ਪੌੜੀ ਵਾਲਾ ਗੁਰਦੁਆਰਾ। ਉਹਦੇ ਬਾਰੇ ਇੱਕ ਸਿਟਿੰਗ ਹੋਈ, ਮੀਟਿੰਗ ਹੋਈ, ਕਿਉਂਕਿ ਉੱਥੇ ਕਾਫੀ ਚਿਰ ਦਾ ਰੌਲਾ ਚੱਲਦਾ। ਪ੍ਰਸ਼ਾਸਨ ਨੇ ਕਿਹਾ ਕਿ ਇੱਥੇ ਇਹਨਾਂ ਨੂੰ ਆਪਾਂ ਕਹਿੰਦੇ ਜੀ ਜਿੱਥੇ ਮਰਜ਼ੀ ਹੋਰ ਜਗ੍ਹਾ ਦੇ ਦਿਓ, ਪਰ ਇੱਥੇ ਨਹੀਂ। ਹਿੰਦੂ ਕੱਟੜਪੰਥੀਆਂ ਨੇ ਠੋਕਵਾਂ ਵਿਰੋਧ ਕੀਤਾ। ਤੇ ਗੱਲ ਪੁੱਛਣ ਵਾਲੀ ਹੋਵੇ ਵੀ ਭਾਈ ਤੁਸੀਂ ਕਹਿੰਦੇ ਹੁੰਦੇ ਸੀ ਕਸਮ ਰਾਮ ਕੀ ਖਾਤੇ ਹੈ ਮੰਦਰ ਵਹੀਂ ਬਣਾਏਂਗੇ, ਤੁਹਾਡੀ ਵਾਰ ਤਾਂ ਤੁਹਾਨੂੰ ਇਹ ਮਨਜ਼ੂਰ ਨਹੀਂ ਸੀ ਵੀ ਕਿਤੇ ਹੋਰ ਬਣਾ ਲਓ, ਫਿਰ ਸਿੱਖ ਕਾਹਤੋਂ ਕਿਤੇ ਹੋਰ ਬਣਾਉਣ? ਸਿੱਖ ਇਹ ਨਹੀਂ ਕਿ ਸਾਨੂੰ ਉਸੇ ਜਗ੍ਹਾ ਦੇ ਨਾਲ ਕੋਈ ਖਾਸ ਉਹਦੇ ਨਾਲ ਕੋਈ ਹੈਗਾ, ਪਰ ਸਾਨੂੰ ਸਾਡੇ ਬਾਰੇ ਇਹ ਮੱਤਾਂ ਕਿੱਥੋਂ ਆਉਂਦੀਆਂ, ਤੁਹਾਡੀ ਬਾਰੇ ਉਹ ਮੱਤਾਂ ਕਿੱਥੇ ਚਲੇ ਜਾਂਦੀਆਂ ਨੇ। ਤੇ ਉੱਥੇ ਬੈਠੇ ਸਿੱਖਾਂ ਨੇ ਆਪਦੇ ਤੌਰ ਤੇ ਇਹ ਵੀ ਆਪਸ਼ਨ ਕਹਿੰਦੇ ਦਿੱਤੀ ਵੀ ਚਲੋ ਸਾਨੂੰ ਇੱਥੇ ਇੱਕ ਨਿਸ਼ਾਨ ਸਾਹਿਬ ਲਾ ਲੈਣ ਦਿਓ, ਇਤਿਹਾਸ ਲਿਖ ਲਾਂਗੇ,
ਤੇ ਬਾਕੀ ਅਸੀਂ ਕਿਤੇ ਹੋਰ ਬਣਾ ਲੈਂਦੇ ਆ। ਤੇ ਉਦਾਂ ਸੰਗਤ ਇੱਥੇ ਆ ਜਾ ਕਰੂ, ਆ ਵੀ ਨਿਸ਼ਾਨ ਸਾਹਿਬ ਲੱਗਿਆ ਵੀ ਅਸਲੀ ਥਾਂ ਤਾਂ ਆਹ ਸੀ। ਕਹਿੰਦੇ ਜੀ ਨਹੀਂ, ਬਿਲਕੁਲ ਨਹੀਂ ਮਨਜ਼ੂਰ। ਤੇ ਜਿਹੜੀ ਨਵੇਂ ਥਾਂ ਵਾਲੀ ਗੱਲ ਸੀ ਉਹ ਸਿੱਖਾਂ ਨੇ ਨਹੀਂ ਮਨਜ਼ੂਰ ਕੀਤੀ। ਹੁਣ ਜਿਹੜੀ ਸੋਚ ਇਹ ਕਹਿੰਦੇ ਹਿੰਦੂ ਸਿੱਖ ਏਕਤਾ ਵਾ, ਉਹ ਹਿੰਦੂਤਵਾ ਜਿਹੜਾ ਸਿੱਖੀ ਦੀਆਂ ਜੜ੍ਹਾਂ ਵੱਢ ਰਿਹਾ, ਜਿਹੜਾ ਸਿੱਖ ਨੌਜਵਾਨਾਂ ਦਾ ਕਤਲੇਆਮ ਕਰ ਰਿਹਾ, ਸਿੱਖਾਂ ਦੀ ਨਸਲਕੁਸ਼ੀ ਕਰ ਰਿਹਾ, ਉਹ ਹਿੰਦੂਤਵਾ ਜਿਹੜਾ 5 ਸਦੀਆਂ ਤੋਂ ਪੰਥ ਦਾ, ਸਿੱਖੀ ਦਾ, ਸਿੱਖਾਂ ਦਾ, ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਦੁਸ਼ਮਣ ਬਣਿਆ ਹੋਇਆ, ਉਹਦੇ ਹੱਕ ਵਿੱਚ ਮਾਹੌਲ ਬਣਾਉਣਾ ਤੇ ਉਸ ਤਰੀਕੇ ਦੀਆਂ ਗੱਲਾਂ ਕਰਨੀਆਂ ਜਿਹਦੇ ਨਾਲ ਇਸ ਇੰਡੀਅਨ ਸਟੇਟ ਦੇ ਜ਼ੁਲਮਾਂ ਦੇ ਖਿਲਾਫ ਲੜਨ ਵਾਲੇ ਕਮਜ਼ੋਰ ਹੋਣ, ਇਸ ਗੱਲ ਨੂੰ ਸਾਨੂੰ ਸਮਝਣਾ ਪਊਗਾ। ਜਦੋਂ ਤੱਕ ਕਿਸੇ ਗੱਲ ਦੀ ਸਮਝ ਨਾ ਹੋਵੇ, ਬੰਦਾ ਗਲਤੀ ਕਰ ਬੈਠੇ ਚੱਲ ਜਾਂਦਾ। ਪਰ ਹੁਣ ਤਾਂ ਸਭ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਕੁਝ ਬੰਦੇ ਸਾਡੀ ਕੌਮ 'ਚ, ਕੁਝ ਜਥੇਬੰਦੀਆਂ ਸਾਡੀ ਕੌਮ 'ਚ ਇਹੋ ਜਿਹੀਆਂ ਨੇ ਜਿਹੜੀਆਂ ਦੁਸ਼ਮਣ ਨਾਲ ਲੜ ਰਹੀਆਂ। ਉਹਨਾਂ ਨਾਲ ਕਿਸੇ ਮਸਲੇ ਤੇ ਜੇ ਅਸਹਿਮਤੀ ਹੈ ਤਾਂ ਉਹਨਾਂ ਨੂੰ ਜਲੀਲ ਕਰਕੇ ਉਹਨਾਂ ਨੂੰ ਇੰਨਾ ਤੰਗ ਕਰਨਾ ਵੀ ਉਹ ਬੰਦੇ ਕੌਮ ਦੀ ਲੜਾਈ ਲੜਨ ਜੋਗੇ ਵੀ ਨਾ ਰਹਿਣ ਤੇ ਦੁਸ਼ਮਣ ਉਹਨਾਂ ਤੇ ਉਸ ਟਾਈਮ ਵਾਰ ਕਰ ਜਾਵੇ। ਇਸ ਕਲੈਣੀ ਸੋਚ ਤੋਂ ਸਾਨੂੰ ਬਚਣਾ ਚਾਹੀਦਾ। ਪਰ ਕਾਹਨੂੰ ਅਗਲੇ ਕਹਿੰਦੇ ਆ ਜੀ ਮਸਾਂ ਕਹਾਣੀ ਲੋਟ ਆਈ ਆ, 2 ਦਿਨ ਹੋ ਗਏ ਭਾਈ ਪਰਮਜੀਤ ਸਿੰਘ ਪੰਜਵੜ ਦੇ ਖਿਲਾਫ ਜਿਹੜਾ ਕੁਛ ਉਹਨਾਂ ਤੋਂ ਬੋਲਿਆ ਲਿਖਿਆ ਜਾਂਦਾ ਕਿ ਜੀ ਐਂ ਹੋ ਗਿਆ ਸੀ, ਉਹ ਹੋ ਗਿਆ ਸੀ। ਆਪ ਕਿਸੇ ਗੱਲ ਦਾ ਪਤਾ ਨਹੀਂ, ਨਾ ਕਿਸੇ ਤੋਂ ਪਤਾ ਲੈਣਾ ਜਾਣਦੇ ਆ, ਆਪ ਦਾ ਹੀ ਘੋੜਾ ਦੱਬੀ ਜਾਂਦੇ ਆ। ਜੋ ਇੰਡੀਅਨ ਸਟੇਟ ਫੀਡ ਕਰ ਦਿੰਦੀ ਆ ਉਹ ਬੋਲੀ ਜਾਂਦੇ ਆ। ਪਰ ਖੈਰ ਸਦਾ ਹਾਲਾਤ ਇੱਕੋ ਜਿਹੇ ਨਹੀਂ ਰਹਿੰਦੇ। ਜਿਹੜੇ ਬੰਦੇ ਕੌਮ ਦੇ ਸੰਘਰਸ਼ ਵਿੱਚ ਆਉਂਦੇ ਆ ਉਹਨਾਂ ਨੂੰ ਪਹਿਲੇ ਦਿਨ ਹੀ ਪਤਾ ਹੁੰਦਾ ਕਿ ਸਾਡਾ ਅੰਤ ਹੋਣਾ। ਮਾਂ ਮੇਰੀਏ ਕੀ ਮੁਕਾਬਲਾ ਸੀ, 70 ਭੋਗ ਤੇ ਕੱਲਾ ਸਰੋਂ ਦਾ ਫੁੱਲ। ਮਾਂ ਮੇਰਿਆਂ ਸਵਾਸਾਂ ਦਾ ਅੰਤ ਹੋਣਾ, ਕਿਸੇ ਨਹਿਰ ਜਾਂ ਕਿਸੇ ਡਰੇਨ ਦਾ ਪੁੱਲ। ਮਾਂ ਮੇਰੀਏ ਕੀ ਮੁਕਾਬਲਾ ਸੀ, 70 ਭੋਗ ਤੇ ਕੱਲਾ ਸਰੋਂ ਦਾ ਫੁੱਲ। ਸੋ ਇਹ ਤਾਂ ਸਾਡੇ ਸਾਰਿਆਂ ਦੇ ਖਿਆਲਾਂ 'ਚ ਸਦਾ ਹੀ ਰਹਿੰਦਾ ਹੈ ਕਿ ਜਿਹੜੇ ਪੰਥ ਲਈ ਲੜਨ ਲਈ ਆਉਂਦੇ ਨੇ ਉਹਨਾਂ ਦੀ ਜਾਨ ਇੰਡੀਅਨ ਸਟੇਟ ਦੀ ਗੋਲੀ ਨਾਲ ਜਾਣੀ ਆ ਤੇ ਕੌਮ ਦੇ ਲੇਖੇ ਲੱਗਣਾ। ਸੋ ਇਹ ਸ਼ਹਾਦਤ ਭਾਈ ਪਰਮਜੀਤ ਸਿੰਘ ਪੰਜਵੜ ਦੀ ਆ ਜਿਹੜੀ, ਇਹ ਵੀ ਉਹਨਾਂ ਸ਼ਹਾਦਤਾਂ ਦੀ ਲੜੀ ਵਿੱਚ ਆ ਜੋ ਇੱਕ ਆਪਣੇ 13 ਅਪ੍ਰੈਲ 1978 ਤੋਂ ਸ਼ਹਾਦਤਾਂ ਦੀ ਲੜੀ ਚੱਲ ਰਹੀ ਆ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਭਾਊ ਨੂੰ, ਅਸੀਂ ਭਾਊ ਕਹਿੰਦੇ ਹੁੰਦੇ ਸੀ, ਭਾਊ ਪਰਮਜੀਤ ਸਿੰਘ ਪੰਜਵੜ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਜੋ ਗੜਬੜਾਂ ਗਲਤੀਆਂ ਜੋ ਇੱਥੇ ਜੀਵਨ ਦੇ ਵਿੱਚ ਵਿਚਰਦੇ ਆ ਉਹਨਾਂ ਤੋਂ ਕਿਸੇ ਕਿਸਮ ਦੀ ਊਣਤਾ ਹੀ ਰਹਿ ਗਈ ਹੋਵੇ, ਉਹ ਸੱਚੇ ਪਾਤਸ਼ਾਹ ਬਖਸ਼ ਲੈਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।